ਮੇਰਾ ਨਾਮ ਪ੍ਰੀਤੀ ਹੈ। ਅੱਜ ਮੇਰੀ ਸਫਲਤਾ ਦੇ ਪੂਰੇ 8 ਸਾਲ ਬਾਅਦ ਮੇਰੇ ਘਰ ਇੱਕ ਨਿਊਜ਼ ਰਿਪੋਰਟਰ ਆਈ ਹੋਈ ਸੀ ਜੋ ਮੇਰੇ ਤੋਂ ਮੇਰੀ ਪੂਰੀ ਸਫਲਤਾ ਦੀ ਕਹਾਣੀ ਜਾਣਨਾ ਚਾਹੁੰਦੀ ਸੀ। ਮੈਨੂੰ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ ਕਿਉਂਕਿ 8 ਸਾਲ ਪਹਿਲਾਂ ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇੰਨੇ ਸਾਲਾਂ ਬਾਅਦ ਅੱਜ ਮੈਂ ਕਾਮਯਾਬੀ ਦੀਆਂ ਉਚਾਈਆਂ ਨੂੰ ਛੂਹ ਲਿਆ ਹੈ। ਮੇਰੀ ਉਮਰ 29 ਸਾਲ ਹੈ। ਲੋਕ ਇਹ ਜਾਣ ਕੇ ਹੈਰਾਨ ਹੁੰਦੇ ਹਨ ਇੰਨੀ ਘੱਟ ਉਮਰ ਦੇ ਵਿੱਚ ਇੰਨੀ ਕਾਮਯਾਬ ਕਿਵੇਂ ਹੋ ਗਈ। ਹਾਲਾਂਕਿ ਲੋਕਾਂ ਨੂੰ ਕਾਮਯਾਬ ਹੋਣ ਦੇ ਵਿੱਚ ਕਈ ਸਾਲ ਲੱਗ ਜਾਂਦੇ ਹਨ ਪਰ ਮੈਨੂੰ ਕਾਮਯਾਬ ਹੋਏ ਪੂਰੇ 8 ਸਾਲ ਹੋ ਗਏ ਸਨ। ਉਹ ਮੇਰੇ ਇੰਟਰਵਿਊ ਲੈਣ ਦੇ ਲਈ ਆਈ ਸੀ। ਉਸਨੇ ਕਿਹਾ ਸੀ ਕਿ ਮੈਡਮ ਮੈਂ ਤੁਹਾਡੇ ਬਾਰੇ ਸਭ ਕੁਝ ਜਾਣਨਾ ਚਾਹੁੰਦੀ ਹਾਂ। ਇੱਕ ਲੜਕੀ ਜਿਸ ਦੀ ਉਮਰ 29 ਸਾਲ ਹੈ, ਜਿਸ ਦਾ ਅੱਜ ਤੱਕ ਵਿਆਹ ਵੀ ਨਹੀਂ ਹੋਇਆ ਹੈ, ਉਸਨੇ ਮਿਡਲ ਕਲਾਸ ਫੈਮਿਲੀ ਦੇ ਵਿੱਚ ਜਨਮ ਲਿਆ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਨਾਲ ਅਤੇ ਅੱਜ ਉਹ ਪ੍ਰੀਤੀ ਕੰਸਟਰਕਸ਼ਨ ਕੰਪਨੀ ਦੀ ਮਾਲਕ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ। ਮਿਸ ਪ੍ਰੀਤੀ, ਤੁਹਾਡੀ ਕੰਪਨੀ ਸ਼ਹਿਰ ਦੀਆਂ ਨਾਮੀ ਕੰਪਨੀਆਂ ਦੇ ਵਿੱਚ ਆਉਂਦੀ ਹੈ। ਜ਼ਰੂਰ ਤੁਸੀਂ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ ਲੰਘ ਕੇ ਅਤੇ ਕੁਰਬਾਨੀਆਂ ਦੇ ਕੇ ਇਹ ਨਾਮ ਕਮਾਇਆ ਹੋਵੇਗਾ। ਆਖਿਰਕਾਰ ਕੋਈ ਆਸਾਨੀ ਦੇ ਨਾਲ ਤਾਂ ਕਾਮਯਾਬ ਨਹੀਂ ਹੋ ਜਾਂਦਾ, ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਤੁਹਾਡੀ ਕਾਮਯਾਬੀ ਦੀ ਕਹਾਣੀ ਸਭ ਨੂੰ ਸੁਣਾਉਣਾ ਚਾਹੁੰਦੇ ਹਾਂ ਤਾਂ ਕਿ ਲੋਕ ਤੁਹਾਡੀ ਕਹਾਣੀ ਨੂੰ ਦੇਖ ਕੇ ਕੁਝ ਸਿੱਖਣ ਅਤੇ ਉਹਨਾਂ ਨੂੰ ਇੱਕ ਨਵੀਂ ਪ੍ਰੇਰਨਾ ਮਿਲੇ। ਮੈਂ ਆਪਣੀ ਕਹਾਣੀ ਸੁਣਾਉਣ ਦੇ ਲਈ ਤਿਆਰ ਸੀ। ਇਹ ਨਿਊਜ਼ ਰਿਪੋਰਟਰ ਬਿਲਕੁਲ ਠੀਕ ਕਹਿ ਰਹੀ ਸੀ। ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਸੀ ਕਿ ਲੋਕ ਮੈਨੂੰ ਸਿਰਫ ਪ੍ਰੀਤੀ ਦੇ ਨਾਮ ਨਾਲ ਨਹੀਂ ਬਲਕਿ ਕੰਪਨੀ ਦੇ ਨਾਮ ਦੇ ਨਾਲ ਜਾਣਦੇ ਸਨ। ਉਸ ਦਾ ਇਹੀ ਸਵਾਲ ਸੀ ਕਿ ਮੈਂ ਤੁਹਾਡੀ ਕਾਮਯਾਬੀ ਬਾਰੇ ਜਾਣਨਾ ਚਾਹੁੰਦੀ ਹਾਂ। ਤੁਸੀਂ ਪਲੀਜ਼ ਸਾਡੇ ਨਾਲ ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕਰੋ। ਮੈਂ ਉਸ ਰਿਪੋਰਟਰ ਦੀ ਗੱਲ ਤੇ ਮੁਸਕਰਾਈ ਸੀ। ਜਦੋਂ ਮੈਂ ਜਨਮ ਲਿਆ ਸੀ ਤਾਂ ਕੁਝ ਲੋਕਾਂ ਨੇ ਮੇਰੇ ਮਾਤਾ ਪਿਤਾ ਨੂੰ ਕਿਹਾ ਸੀ ਕਿ ਜੇਕਰ ਤੁਹਾਡੇ ਘਰ ਬੇਟਾ ਪੈਦਾ ਹੁੰਦਾ ਤਾਂ ਤੁਹਾਡਾ ਦੋਨੋਂ ਪਤੀ ਪਤਨੀ ਦਾ ਬੁਢਾਪੇ ਦੇ ਵਿੱਚ ਸਹਾਰਾ ਬਣਦਾ। ਪਰ ਮੈਂ ਤਾਂ ਇੱਕ ਬੇਟੀ ਸੀ। ਪਰ ਮੇਰੇ ਮਾਤਾ ਪਿਤਾ ਨੇ ਕਿਹਾ ਕਿ ਇਹੀ ਸਾਡੇ ਲਈ ਸਾਡਾ ਬੇਟਾ ਹੈ ਅਤੇ ਇਹੀ ਸਾਡੀ ਬੇਟੀ ਹੈ। ਮੇਰੇ ਤੋਂ ਬਾਅਦ ਮੇਰੇ ਮਾਤਾ ਪਿਤਾ ਦੇ ਕੋਲ ਕੋਈ ਬੱਚਾ ਨਹੀਂ ਹੋਇਆ। ਮੈਂ ਉਹਨਾਂ ਦੀ ਪਹਿਲੀ ਅਤੇ ਆਖਰੀ ਔਲਾਦ ਸੀ। ਪਰ ਫਿਰ ਵੀ ਉਹ ਲੋਕ ਨਿਰਾਸ਼ ਨਹੀਂ ਹੋਏ। ਇਹ ਨਹੀਂ ਕਿ ਉਹਨਾਂ ਨੇ ਲੋਕਾਂ ਦੀਆਂ ਗੱਲਾਂ ਨੂੰ ਚੁੱਪਚਾਪ ਸੁਣ ਲਿਆ ਬਲਕਿ ਉਹਨਾਂ ਨੂੰ ਮੁੜ ਕੇ ਜਵਾਬ ਦਿੱਤਾ, ਜੇਕਰ ਬੇਟੀ ਹੈ ਤਾਂ ਕੀ ਹੋਇਆ। ਜੇਕਰ ਬੇਟੀਆਂ ਨੂੰ ਆਜ਼ਾਦੀ ਦਿੱਤੀ ਜਾਵੇ ਤਾਂ ਉਹ ਅਸਮਾਨ ਦੀਆਂ ਉਚਾਈਆਂ ਨੂੰ ਛੂਹ ਲੈਂਦੀ ਹੈ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਦੀਆਂ ਹਨ। ਮੈਂ ਇੱਕ ਮਿਡਲ ਕਲਾਸ ਫੈਮਿਲੀ ਦੇ ਵਿੱਚ ਜਨਮ ਲਿਆ ਸੀ। ਮੇਰੇ ਪਾਪਾ ਇੱਕ ਮਾਮੂਲੀ ਜਿਹੇ ਇਲੈਕਟ੍ਰੀਸ਼ੀਅਨ ਸਨ। ਮਿਹਨਤ ਤੇ ਮਜ਼ਦੂਰੀ ਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸਨ। ਬਹੁਤ ਮੁਸ਼ਕਲ ਦੇ ਨਾਲ ਮੈਨੂੰ ਸਕੂਲ ਦੇ ਵਿੱਚ ਪੜ੍ਹਾਇਆ ਸੀ ਤੇ ਵੱਡੀ ਹੋਣ ਤੋਂ ਬਾਅਦ ਉਹਨਾਂ ਦੀ ਬੇਟੀ ਬਹੁਤ ਸਮਝਦਾਰ ਹੋ ਗਈ ਸੀ। ਹੁਣ ਉਹਨਾਂ ਦੀ ਬੇਟੀ ਉਹਨਾਂ ਦਾ ਖਿਆਲ ਰੱਖਣਾ ਚਾਹੁੰਦੀ ਸੀ। ਮੈਂ ਜੌਬ ਕਰਨੀ ਸੀ। ਮੈਂ 2-3 ਕੰਪਨੀਆਂ ਦੇ ਵਿੱਚ ਆਪਣੀ ਇੰਟਰਵਿਊ ਦਿੱਤੀ ਸੀ। ਮੇਰੀ ਚੰਗੀ ਕੁਆਲੀਫਿਕੇਸ਼ਨ ਦੇਖਦੇ ਹੋਏ ਮੈਨੂੰ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਜੌਬ ਮਿਲ ਗਈ ਸੀ। ਮੈਂ ਸਭ ਤੋਂ ਵੱਧ ਖੁਸ਼ ਸੀ ਭਾਵੇਂ ਹੀ ਇੱਥੇ ਮੇਰੀ ਸੈਲਰੀ ਥੋੜੀ ਸੀ ਕਿਉਂਕਿ ਇਹ ਮੇਰੀ ਸ਼ੁਰੂਆਤ ਸੀ। ਮੇਰਾ ਧਿਆਨ ਹਮੇਸ਼ਾ ਮੇਰੇ ਕੰਮ ਦੇ ਵਿੱਚ ਹੀ ਲੱਗਿਆ ਰਹਿੰਦਾ ਸੀ। ਜਿਸ ਦਿਨ ਤੋਂ ਮੈਂ ਆਫਿਸ ਜੁਆਇਨ ਕੀਤਾ ਸੀ ਉਸ ਦਿਨ ਤੋਂ ਹੀ ਮੈਂ ਆਪਣਾ ਸਭ ਕੁਝ ਉਸ ਕੰਪਨੀ ਦੇ ਹਵਾਲੇ ਕਰ ਦਿੱਤਾ ਸੀ। ਸ਼ੁਰੂ ਤੋਂ ਹੀ ਮੈਂ ਆਪਣੀ ਪੜ੍ਹਾਈ ਨੂੰ ਲੈ ਕੇ ਕਾਫੀ ਸੀਰੀਅਸ ਰਹੀ ਸੀ। ਪਰ ਜਦੋਂ ਮੇਰੀ ਪੜ੍ਹਾਈ ਪੂਰੀ ਹੋ ਗਈ ਅਤੇ ਮੈਂ ਆਫਿਸ ਜੁਆਇਨ ਕੀਤਾ ਤਾਂ ਮੈਂ ਆਪਣੇ ਕੰਮ ਦੇ ਲਈ ਜ਼ਿਆਦਾ ਸੀਰੀਅਸ ਰਹਿਣ ਲੱਗੀ ਸੀ। ਮੇਰੇ ਮਾਤਾ ਪਿਤਾ ਵੀ ਹਮੇਸ਼ਾ ਮੈਨੂੰ ਇਹੀ ਕਹਿੰਦੇ ਸਨ ਕਿ ਤੁਸੀਂ ਜਿਸ ਕੰਮ ਨੂੰ ਕਰਦੇ ਹੋ ਤਾਂ ਉਸ ਨੂੰ ਬਹੁਤ ਮਨ ਦੇ ਨਾਲ ਕਰਦੇ ਹੋ। ਉਸ ਦੇ ਕੰਮ ਦੇ ਵਿੱਚ ਇੰਨਾ ਗਵਾ ਜਾਂਦੀ ਹੋ ਤੁਹਾਨੂੰ ਇੱਧਰ ਉੱਧਰ ਕੁਝ ਦਿਖਾਈ ਹੀ ਨਹੀਂ ਦਿੰਦਾ। ਆਫਿਸ ਦੇ ਬੌਸ ਬਹੁਤ ਚੰਗੇ ਸਨ। ਹੁਣ ਮੈਨੂੰ ਉਸ ਕੰਪਨੀ ਦੇ ਵਿੱਚ ਜੌਬ ਕਰਦੇ ਹੋਏ 4 ਮਹੀਨੇ ਹੋ ਗਏ ਸਨ ਪਰ ਉਹ ਮੈਨੂੰ ਹਰ ਇੱਕ ਕੰਮ ਦੇ ਲਈ ਮੇਰੀ ਬਹੁਤ ਤਾਰੀਫ ਕਰਦੇ ਸਨ। ਮੇਰੇ ਨਾਲ ਦੇ ਹੋਰ ਵੀ ਬਹੁਤ ਸਾਰੇ ਲੋਕ ਉੱਥੇ ਕੰਮ ਕਰ ਰਹੇ ਸਨ। ਮੈਂ ਤਾਂ ਇੱਕ ਮਾਮੂਲੀ ਜਿਹੀ ਵਰਕਰ ਸੀ। ਮੈਂ ਤਾਂ ਸਿਰਫ ਆਪਣੇ ਕੰਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਮੈਂ ਹਰ ਵਾਰ ਕਾਮਯਾਬ ਹੋ ਜਾਂਦੀ ਸੀ। ਬੌਸ ਨੂੰ ਮੇਰਾ ਕੰਮ ਬਹੁਤ ਪਸੰਦ ਆਉਂਦਾ ਸੀ। ਇਸ ਕਰਕੇ ਬੌਸ ਨੇ ਮੇਰੇ ਤੋਂ ਸਲਾਹ ਲੈਣੀ ਸ਼ੁਰੂ ਕਰ ਦਿੱਤੀ ਅਤੇ ਫਿਰ ਮੈਨੂੰ ਕੰਪਨੀ ਦਾ ਐਡਵਾਈਜ਼ਰ ਬਣਾ ਦਿੱਤਾ ਗਿਆ ਸੀ। 4 ਮਹੀਨਿਆਂ ਦੇ ਵਿੱਚ ਹੌਲੀ ਹੌਲੀ ਮੈਨੂੰ ਆਪਣੀ ਕਾਮਯਾਬੀ ਦੇਖਦੇ ਹੋਏ ਬਹੁਤ ਖੁਸ਼ੀ ਹੋ ਰਹੀ ਸੀ। ਜਦੋਂ ਮੈਂ ਇਹ ਖਬਰ ਆਪਣੇ ਮਾਤਾ ਪਿਤਾ ਨੂੰ ਸੁਣਾਈ ਤਾਂ ਉਹ ਲੋਕ ਖੁਸ਼ੀ ਦੇ ਨਾਲ ਫੁੱਲੇ ਨਹੀਂ ਸਮਾ ਰਹੇ ਸਨ। ਆਖਿਰਕਾਰ ਬਚਪਨ ਤੋਂ ਲੈ ਕੇ ਹੁਣ ਤੱਕ ਮੇਰੇ ਪਾਪਾ ਨੇ ਮੇਰਾ ਬਹੁਤ ਖਿਆਲ ਰੱਖਿਆ ਸੀ। ਮੇਰੀ ਹਰ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਖਵਾਇਸ਼ ਨੂੰ ਮੇਰੇ ਮੂੰਹ ਤੋਂ ਨਿਕਲਣ ਤੋਂ ਪਹਿਲਾਂ ਹੀ ਪੂਰਾ ਕਰ ਦਿੱਤਾ ਸੀ। ਉਹਨਾਂ ਨੇ ਮੈਨੂੰ ਹਮੇਸ਼ਾ
ਆਰਾਮਦਾਇਕ ਜ਼ਿੰਦਗੀ ਦਿੱਤੀ ਅਤੇ ਮੈਂ ਵੀ ਹੁਣ ਉਹਨਾਂ ਨੂੰ ਇੱਕ ਆਰਾਮਦਾਇਕ ਜ਼ਿੰਦਗੀ ਦੇਣਾ ਚਾਹੁੰਦੀ ਸੀ ਜਿਸ ਦੇ ਵਿੱਚ ਉਹਨਾਂ ਨੂੰ ਕੋਈ ਕਮੀ ਨਾ ਹੋਵੇ। ਉਹ ਵੀ ਮੇਰੀ ਤਰ੍ਹਾਂ ਸਾਰੀ ਜ਼ਿੰਦਗੀ ਸਕੂਨ ਦੇ ਨਾਲ ਗੁਜ਼ਾਰਨ। ਅਸੀਂ ਸਾਰੇ ਛੋਟੇ ਜਿਹੇ ਘਰ ਦੇ ਵਿੱਚ ਰਹਿੰਦੇ ਸੀ। ਮੈਂ ਆਪਣੇ ਮਾਤਾ ਪਿਤਾ ਨਾਲ ਵਾਅਦਾ ਕੀਤਾ ਸੀ ਕਿ ਮੈਂ ਇੰਨੀ ਕਾਮਯਾਬ ਹੋ ਜਾਵਾਂਗੀ ਕਿ ਅਸੀਂ ਇਸ ਛੋਟੇ ਜਿਹੇ ਘਰ ਦੇ ਵਿੱਚ ਨਹੀਂ ਬਲਕਿ ਇੱਕ ਬਹੁਤ ਵੱਡੇ ਸਾਰੇ ਘਰ ਦੇ ਵਿੱਚ ਰਹਾਂਗੇ। ਮੈਂ ਆਪਣੇ ਪਾਪਾ ਨੂੰ ਵੀ ਕਿਹਾ ਸੀ ਕਿ ਇੱਕ ਦਿਨ ਤੁਹਾਡੀ ਬੇਟੀ ਤੁਹਾਨੂੰ ਬਹੁਤ ਵੱਡੀ ਗੱਡੀ ਲੈ ਕੇ ਦੇਵੇਗੀ ਅਤੇ ਉਸ ਨੂੰ ਚਲਾਇਓ। ਜਦੋਂ ਤੁਸੀਂ ਉਸ ਦੇ ਵਿੱਚ ਬੈਠ ਕੇ ਘਰ ਤੋਂ ਬਾਹਰ ਨਿਕਲੋਗੇ ਤਾਂ ਲੋਕ ਤੁਹਾਨੂੰ ਦੇਖ ਕੇ ਕਹਿਣਗੇ ਕਿ ਉਹ ਜਾ ਰਹੇ ਹਨ ਗੱਡੀ ਦੇ ਵਿੱਚ ਪ੍ਰੀਤੀ ਦੇ ਪਿਤਾ ਜੀ। ਇਹ ਸਭ ਕੁਝ ਸੁਣ ਕੇ ਮੇਰੇ ਮਾਤਾ ਪਿਤਾ ਬਹੁਤ ਹੱਸਦੇ ਸਨ ਅਤੇ ਮੈਨੂੰ ਅਸ਼ੀਰਵਾਦ ਦਿੰਦੇ ਸਨ ਕਿ ਤੁਹਾਨੂੰ ਪਰਮਾਤਮਾ ਇੱਕ ਦਿਨ ਜ਼ਰੂਰ ਕਾਮਯਾਬ ਕਰੇਗਾ। ਅਤੇ ਫਿਰ ਮੇਰੇ ਮਾਤਾ ਪਿਤਾ ਦੀਆਂ ਦੁਆਵਾਂ ਮੈਨੂੰ ਲੱਗ ਗਈਆਂ। ਮੈਂ ਹੌਲੀ ਹੌਲੀ ਇੰਨੀ ਜ਼ਿਆਦਾ ਕਾਮਯਾਬ ਹੁੰਦੀ ਚਲੀ ਗਈ ਕਿ ਮੈਨੂੰ ਆਪਣੇ ਕੰਪਨੀ ਦੀ ਮਾਮੂਲੀ ਜਿਹੀ ਵਰਕਰ ਤੋਂ ਕੰਪਨੀ ਦੀ ਮੈਨੇਜਰ ਬਣਾ ਦਿੱਤਾ ਸੀ। ਮੇਰੀ ਤਨਖਾਹ ਵੀ ਵੱਧ ਗਈ ਸੀ। ਮੈਂ ਆਪਣੀ ਇੱਕ ਗੱਡੀ ਵੀ ਲੈ ਲਈ ਸੀ ਅਤੇ ਇੱਕ ਵੱਡਾ ਸਾਰਾ ਘਰ ਵੀ ਖਰੀਦ ਲਿਆ ਸੀ। ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ। ਪੂਰੇ 1 ਸਾਲ ਦੇ ਵਿੱਚ ਮੈਂ ਕਿਤੇ ਦੇ ਕਿਤੇ ਪਹੁੰਚ ਗਈ ਸੀ। ਇਹ ਮੈਂ ਖੁਦ ਵੀ ਨਹੀਂ ਸੋਚਿਆ ਸੀ ਕਿ ਆਖਰਕਾਰ ਇਹ ਸਭ ਕੁਝ ਕਰਨ ਦੇ ਲਈ ਮੈਂ ਬਹੁਤ ਸਾਰੀ ਮਿਹਨਤ ਜੋ ਕੀਤੀ ਸੀ। ਮੈਂ ਨਾ ਤਾਂ ਕਿਸੇ ਦੇ ਨਾਲ ਫੋਨ ਤੇ ਗੱਲ ਕਰਦੀ ਸੀ ਅਤੇ ਨਾ ਹੀ ਮੈਂ ਮੋਬਾਈਲ ਦੀ ਫालतू ਵਰਤੋਂ ਕਰਦੀ ਸੀ। ਨਾ ਮੈਂ ਆਪਣੇ ਦੋਸਤਾਂ ਦੇ ਨਾਲ ਜ਼ਿਆਦਾ ਦੋਸਤੀ ਰੱਖਦੀ ਸੀ ਅਤੇ ਨਾ ਹੀ ਕਿਸੇ ਦੇ ਨਾਲ ਘੁੰਮਣ ਫਿਰਨ ਦੇ ਲਈ ਜਾਂਦੀ ਸੀ। ਮੇਰੇ ਕੋਲ ਇੰਨਾ ਸਮਾਂ ਵੀ ਨਹੀਂ ਹੁੰਦਾ ਸੀ ਕਿ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਹੀ ਬੈਠ ਕੇ ਬਹੁਤ ਸਾਰੀਆਂ ਗੱਲਾਂ ਕਰ ਲਵਾਂ। ਹੁਣ ਮੈਂ ਪੂਰੀ ਤਰ੍ਹਾਂ ਆਪਣੀ ਕੰਪਨੀ ਦੇ ਕੰਮ ਦੇ ਵਿੱਚ ਰੁੱਝ ਗਈ ਸੀ। ਪੂਰੀ ਕੰਪਨੀ ਦੇ ਵਿੱਚ ਮੇਰਾ ਹੀ ਨਾਮ ਹੋ ਗਿਆ ਸੀ। ਕੰਪਨੀ ਦੇ ਲੋਕ ਇਹ ਦੇਖ ਕੇ ਹੈਰਾਨ ਹੁੰਦੇ ਸਨ ਕਿ ਮੈਂ ਉਹਨਾਂ ਲੋਕਾਂ ਤੋਂ ਬਾਅਦ ਆਈ ਸੀ ਅਤੇ ਫਿਰ ਵੀ ਮੈਂ ਕਿੰਨੀ ਕਾਮਯਾਬ ਹੋ ਗਈ ਸੀ ਜਦੋਂ ਕਿ ਉਹ ਲੋਕ ਮੇਰੇ ਤੋਂ ਪਹਿਲਾਂ ਆਏ ਹੋਏ ਸਨ। ਫਿਲਹਾਲ ਮੇਰਾ ਪਹਿਲਾ ਸਾਲ ਕੰਪਨੀ ਦੇ ਵਿੱਚ ਬਹੁਤ ਚੰਗਾ ਰਿਹਾ ਸੀ ਕਿਉਂਕਿ ਉੱਥੋਂ ਦੇ ਲੋਕ ਮੇਰੀ ਬਹੁਤ ਇੱਜ਼ਤ ਕਰਨ ਲੱਗੇ ਸਨ। ਜਦੋਂ ਵੀ ਕੰਪਨੀ ਦੇ ਵਿੱਚ ਮੀਟਿੰਗ ਹੁੰਦੀ ਸੀ ਤਾਂ ਮੈਂ ਚੰਗੀ ਐਡਵਾਈਸ ਹਰ ਵਾਰ ਦਿੰਦੀ ਸੀ ਅਤੇ ਮੇਰੀ ਐਡਵਾਈਸ ਹਰ ਵਾਰ ਸਾਡੀ ਕੰਪਨੀ ਦੇ ਪ੍ਰੋਜੈਕਟ ਦੇ ਬਹੁਤ ਕੰਮ ਆਉਂਦੀ ਸੀ। ਸਾਡੇ ਆਫਿਸ ਦੇ 2 ਇੰਪਲਾਈ ਸਨ, ਸੁਨੀਲ ਅਤੇ ਵਿਕਾਸ, ਜੋ ਹਰ ਵਾਰ ਮੇਰੇ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰਦੇ ਸਨ ਪਰ ਮੈਂ ਉਹਨਾਂ ਤੋਂ ਦੂਰ ਦੂਰ ਭੱਜਦੀ ਸੀ। ਉਹ ਲੋਕ ਮੇਰੇ ਨਾਲ ਗੱਲ ਕਰਦੇ ਤਾਂ ਮੈਂ ਉਹਨਾਂ ਦਾ ਸਿਰਫ ਮੁਸਕਰਾ ਕੇ ਜਵਾਬ ਦੇ ਦਿੰਦੀ ਸੀ ਕਿਉਂਕਿ ਮੈਨੂੰ ਆਫਿਸ ਦੇ ਵਿੱਚ ਅਤੇ ਨਾ ਹੀ ਬਾਹਰ ਲੋਕਾਂ ਦੇ ਨਾਲ ਫालतू ਗੱਲ ਕਰਨ ਦੀ ਆਦਤ ਨਹੀਂ ਸੀ। ਮੈਂ ਸਿਰਫ ਆਪਣੇ ਕੰਮ ਦੇ ਨਾਲ ਕੰਮ ਰੱਖਣ ਵਾਲੀ ਇਨਸਾਨ ਸੀ। ਸਵੇਰ ਦੇ ਸਮੇਂ ਜਦੋਂ ਮੈਂ ਆਫਿਸ ਜਾਂਦੀ ਤਾਂ ਉਹਨਾਂ ਦੋਨਾਂ ਦੀ ਵੀ ਸੇਮ ਟਾਈਮਿੰਗ ਹੁੰਦੀ ਸੀ। ਕਈ ਵਾਰ ਮੇਰੀ ਮੁਲਾਕਾਤ ਉਹਨਾਂ ਨਾਲ ਬਿਲਡਿੰਗ ਦੀ ਲਿਫਟ ਦੇ ਵਿੱਚ ਹੋਈ ਸੀ ਕਿਉਂਕਿ ਆਫਿਸ ਦੀ ਬਿਲਡਿੰਗ ਬਹੁਤ ਵੱਡੀ ਸੀ ਅਤੇ ਹਰ ਇੱਕ ਬਿਲਡਿੰਗ ਤੇ ਅਲੱਗ-ਅਲੱਗ ਤਰ੍ਹਾਂ ਦੇ ਪੋਰਸ਼ਨ ਬਣੇ ਹੋਏ ਸਨ ਜਿੱਥੇ ਅਲੱਗ-ਅਲੱਗ ਕੰਮ ਕੀਤੇ ਜਾਂਦੇ ਸਨ। ਉਹ ਦੋਵੇਂ ਹੁਣ ਮੇਰੇ ਜੂਨੀਅਰ ਸਨ ਬਲਕਿ ਪਹਿਲਾਂ ਮੈਂ ਉਹਨਾਂ ਦੇ ਨਾਲ ਹੀ ਕੰਮ ਕਰਦੀ ਸੀ। ਉਹ ਆਪਸ ਦੇ ਵਿੱਚ ਬਹੁਤ ਗੂੜੇ ਦੋਸਤ ਸਨ ਅਤੇ ਇੱਥੇ ਬਹੁਤ ਪਹਿਲਾਂ ਤੋਂ ਨੌਕਰੀ ਕਰ ਰਹੇ ਸਨ। ਮੇਰੇ ਹੱਥ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਫਾਈਲ ਹੁੰਦੀ ਸੀ ਅਤੇ ਮੈਂ ਉਸ ਨੂੰ ਪੜ੍ਹ ਰਹੀ ਹੁੰਦੀ ਸੀ। ਆਫਿਸ ਦੇ ਵਿੱਚ ਮੇਰੀ ਐਂਟਰੀ ਵੀ ਕੁਝ ਇਸੇ ਤਰ੍ਹਾਂ ਹੀ ਹੁੰਦੀ ਸੀ। ਜਦੋਂ ਮੈਂ ਲਿਫਟ ਦੇ ਵਿੱਚ ਚੜ੍ਹ ਜਾਂਦੀ ਸੀ ਅਤੇ ਧਿਆਨ ਹੀ ਨਹੀਂ ਦਿੰਦੀ ਸੀ ਕਿ ਲਿਫਟ ਦੇ ਵਿੱਚ ਕੌਣ ਹੈ ਜਾਂ ਕੌਣ ਨਹੀਂ, ਪਰ ਮੈਂ ਨੋਟਿਸ ਕੀਤਾ ਸੀ ਕਿ ਉਹ ਹਮੇਸ਼ਾ ਮੇਰੇ ਨਾਲ ਹੀ ਲਿਫਟ ਦੇ ਵਿੱਚ ਜਾਂਦੇ ਸਨ ਜਾਂ ਫਿਰ ਮੇਰੇ ਤੋਂ ਪਹਿਲਾਂ ਹੀ ਲਿਫਟ ਦੇ ਵਿੱਚ ਮੌਜੂਦ ਹੁੰਦੇ ਸਨ ਕਿਉਂਕਿ ਮੇਰਾ ਕੈਬਨ ਫਲੋਰ ਨੰਬਰ 4 ਤੇ ਬਣਿਆ ਹੋਇਆ ਸੀ ਜਦੋਂ ਕਿ ਕੁਝ ਜੂਨੀਅਰ ਇੰਪਲਾਈ ਫਲੋਰ ਨੰਬਰ 3 ਤੇ ਕੰਮ ਕਰਦੇ ਸਨ। ਉਹ ਦੋਨੋਂ ਕਈ ਵਾਰ ਮੇਰੇ ਨਾਲ ਮੀਟਿੰਗ ਦੇ ਵਿੱਚ ਵੀ ਗਏ ਹੋਏ ਸਨ। ਜਦੋਂ ਸਾਡੇ ਆਫਿਸ ਦੀ ਮੀਟਿੰਗ ਰੂਮ ਦੇ ਵਿੱਚ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਹੁੰਦੀ ਸੀ ਤਾਂ ਉਹਨਾਂ ਨੂੰ ਵੀ ਪ੍ਰੋਜੈਕਟ ਦੇ ਬਾਰੇ ਦੱਸਣ ਦੇ ਲਈ ਮੀਟਿੰਗ ਦੇ ਵਿੱਚ ਐਡ ਕੀਤਾ ਜਾਂਦਾ ਸੀ ਪਰ ਦੇਖਿਆ ਗਿਆ ਸੀ ਕਿ ਉਹ ਲੋਕ ਹਰ ਵਾਰ ਕੁਝ ਚੰਗੀ ਐਡਵਾਈਸ ਨਹੀਂ ਦਿੰਦੇ ਸਨ। ਸਾਡੀ ਕੰਸਟਰਕਸ਼ਨ ਕੰਪਨੀ ਨੂੰ ਇੱਕ ਵੱਡਾ ਸਾਰਾ ਮਾਲ ਬਣਾਉਣ ਦੇ ਲਈ ਸਿਲੈਕਟ ਕੀਤਾ ਗਿਆ ਸੀ। ਇਸ ਦੇ ਲਈ ਮੀਟਿੰਗ ਰੱਖੀ ਗਈ ਸੀ ਕਿਉਂਕਿ ਇਹ ਪ੍ਰੋਜੈਕਟ ਸਾਡੀ ਕੰਪਨੀ ਨੂੰ 5 ਸਾਲਾਂ ਦੇ ਵਿੱਚ ਕੰਪਲੀਟ ਕਰਨ ਦੇ ਲਈ ਕਿਹਾ ਗਿਆ ਸੀ। ਜਦੋਂ ਸਾਨੂੰ ਇਸ ਪੂਰੇ ਪ੍ਰੋਜੈਕਟ ਦੇ ਬਾਰੇ ਸਮਝਾ ਦਿੱਤਾ ਗਿਆ ਤਾਂ ਉਹਨਾਂ ਦੋਨਾਂ ਲੜਕਿਆਂ ਦੇ ਵਿੱਚੋਂ ਇੱਕ ਲੜਕਾ ਵਿਕਾਸ ਕਹਿਣ ਲੱਗਿਆ ਕਿ ਸਰ, ਮਾਲ ਬਹੁਤ ਵੱਡਾ ਹੈ, ਬਹੁਤ ਵੱਡੇ ਬਿਜ਼ਨਸਮੈਨ ਬਣਵਾ ਰਹੇ ਹਨ। ਮੈਨੂੰ ਨਹੀਂ ਲੱਗਦਾ ਕਿ ਇਸ ਮਾਲ ਦਾ ਕੰਸਟਰਕਸ਼ਨ 5 ਸਾਲ ਦੇ ਵਿੱਚ ਪੂਰਾ ਹੋ ਜਾਵੇਗਾ। ਮੈਨੂੰ ਲੱਗਦਾ ਹੈ ਕਿ ਸਾਡੀ ਕੰਪਨੀ ਨੂੰ ਘੱਟੋ ਘੱਟ 7 ਸਾਲ ਦਾ ਸਮਾਂ ਲੈਣਾ ਚਾਹੀਦਾ ਹੈ। ਤਾਂ ਉਸ ਸਮੇਂ ਹੀ ਬੌਸ ਨੇ ਕਿਹਾ ਕਿ ਨਹੀਂ, 5 ਸਾਲਾਂ ਦੇ ਵਿੱਚ ਹੀ ਅਸੀਂ ਇਸ ਕੰਮ ਨੂੰ ਕਰਕੇ ਦਿਖਾਉਣਾ ਹੈ। ਅਸੀਂ ਤਾਂ ਚਾਹੁੰਦੇ ਹਾਂ ਕਿ ਅਸੀਂ ਇਸ ਪ੍ਰੋਜੈਕਟ ਨੂੰ 5 ਸਾਲਾਂ ਤੋਂ ਵੀ ਪਹਿਲਾਂ ਪੂਰਾ ਕਰ ਦਈਏ, ਪਰ ਤੁਸੀਂ ਸਲਾਹ ਦੇ ਰਹੇ ਹੋ ਇਸ ਕੰਮ ਨੂੰ ਅਸੀਂ 5 ਸਾਲਾਂ ਦੇ ਵਿੱਚ ਵੀ ਨਹੀਂ ਬਲਕਿ 7 ਸਾਲਾਂ ਦੇ ਵਿੱਚ ਪੂਰਾ ਕਰਨਾ ਹੈ। ਤੁਹਾਡੀ ਸਲਾਹ ਮੈਨੂੰ ਕੁਝ ਜ਼ਿਆਦਾ ਪਸੰਦ ਨਹੀਂ ਆਈ। ਬੌਸ ਨੇ ਬਾਕੀ ਸਾਰੇ ਲੋਕਾਂ ਨੂੰ ਵੀ ਕਿਹਾ ਸੀ ਕਿ ਤੁਹਾਡੀ ਇਸ ਬਾਰੇ ਕੀ ਰਾਏ ਹੈ। ਜਦੋਂ ਮੈਂ ਹੱਥ ਚੱਕ ਕੇ ਕਿਹਾ ਕਿ ਸਰ, ਮੈਂ ਇਸ ਪ੍ਰੋਜੈਕਟ ਨੂੰ 3 ਸਾਲਾਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੀ ਹਾਂ। ਮੇਰੀ ਇਸ ਗੱਲ ਤੇ ਸਾਰੇ ਲੋਕਾਂ ਨੇ ਮੈਨੂੰ ਹੈਰਾਨ ਹੋ ਕੇ ਦੇਖਿਆ ਸੀ।
ਬੌਸ ਨੇ ਵੀ ਮੈਨੂੰ ਬਹੁਤ ਹੈਰਾਨੀ ਦੇ ਨਾਲ ਦੇਖਿਆ। ਕਹਿਣ ਲੱਗੇ ਕਿ ਮਿਸ ਪ੍ਰੀਤੀ, ਤੁਸੀਂ ਇਹ ਜਾਣਦੇ ਹੋ ਕਿ ਇਹ ਕੋਈ ਛੋਟਾ ਮੋਟਾ ਪ੍ਰੋਜੈਕਟ ਨਹੀਂ ਹੈ, ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਦੇ ਨਾਲ ਸਾਡੀ ਕੰਪਨੀ ਦੀ ਰੈਪੂਟੇਸ਼ਨ ਜੁੜੀ ਹੋਈ ਹੈ। ਸਾਡੇ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਇਸ ਕੰਮ ਦੇ ਲਈ ਸਾਨੂੰ ਅਤੇ ਸਾਡੀ ਕੰਪਨੀ ਨੂੰ ਸਿਲੈਕਟ ਕੀਤਾ ਗਿਆ ਹੈ। ਅਸੀਂ ਨਹੀਂ ਚਾਹੁੰਦੇ ਕਿ ਸਾਡਾ ਨਾਮ ਖਰਾਬ ਹੋਵੇ। ਤਾਂ ਵਿਕਾਸ ਕਹਿਣ ਲੱਗਿਆ ਕਿ ਸਰ, ਮੈਂ ਤੁਹਾਨੂੰ ਚੰਗੀ ਐਡਵਾਈਸ ਦੇ ਰਿਹਾ ਹਾਂ। ਜੋ ਕੰਮ 5 ਸਾਲਾਂ ਦੇ ਵਿੱਚ ਸੰਭਵ ਨਹੀਂ ਹੈ, ਉਹ ਕੰਮ 3 ਸਾਲਾਂ ਦੇ ਵਿੱਚ ਨਹੀਂ ਹੋ ਸਕਦਾ। ਤੁਸੀਂ ਜਾਣਦੇ ਹੋ ਕਿ ਬਿਲਡਿੰਗ ਦੀ ਡਿਜ਼ਾਈਨਿੰਗ ਹੀ ਘੱਟੋ ਘੱਟ 4-5 ਮਹੀਨਿਆਂ ਦੇ ਵਿੱਚ ਬਣ ਕੇ ਤਿਆਰ ਹੋਵੇਗੀ। ਮੈਂ ਕਿਹਾ ਕਿ ਸਰ, ਮੈਂ ਡਿਜ਼ਾਈਨਿੰਗ ਵੀ ਖੁਦ ਤਿਆਰ ਕਰ ਲਵਾਂਗੀ ਅਤੇ ਮੈਂ ਤੁਹਾਨੂੰ ਇਹ ਪ੍ਰੋਜੈਕਟ ਪੂਰੇ 3 ਸਾਲਾਂ ਦੇ ਵਿੱਚ ਕੰਪਲੀਟ ਕਰਕੇ ਦਿਖਾਵਾਂਗੀ। ਮੈਂ ਇਸ ਗੱਲ ਦੀ ਗਾਰੰਟੀ ਲੈਂਦੀ ਹਾਂ। ਤੁਸੀਂ ਇੱਕ ਵਾਰ ਮੇਰੇ ਤੇ ਭਰੋਸਾ ਕਰਕੇ ਦੇਖੋ। ਬੌਸ ਨੇ ਕਿਹਾ ਕਿ ਚਲੋ ਠੀਕ ਹੈ, ਜੇਕਰ ਤੁਸੀਂ ਇੰਨੇ ਕੌਨਫੀਡੈਂਸ ਦੇ ਨਾਲ ਕਹਿ ਰਹੇ ਹੋ ਤਾਂ ਫਿਰ ਅਸੀਂ ਤੁਹਾਡੇ ਤੇ ਭਰੋਸਾ ਕਰਕੇ ਦੇਖ ਲੈਂਦੇ ਹਾਂ। ਵੈਸੇ ਵੀ ਇਸ ਕੰਪਨੀ ਦੇ ਵਿੱਚ ਤੁਹਾਡੇ ਤੋਂ ਜ਼ਿਆਦਾ ਕਾਬਲ ਕੋਈ ਨਹੀਂ ਹੈ। ਬੌਸ ਨੇ ਮੇਰੇ ਤੇ ਭਰੋਸਾ ਕੀਤਾ ਸੀ ਅਤੇ ਇਹ ਪ੍ਰੋਜੈਕਟ ਮੇਰੇ ਹਵਾਲੇ ਕਰ ਦਿੱਤਾ ਗਿਆ ਸੀ। ਇਸ ਗੱਲ ਤੇ ਵਿਕਾਸ ਨੂੰ ਕਾਫੀ ਗੁੱਸਾ ਆਇਆ ਸੀ ਕਿਉਂਕਿ ਉਸ ਦਾ ਮੂੰਹ ਲਟਕ ਗਿਆ ਸੀ। ਇਸ ਪ੍ਰੋਜੈਕਟ ਤੇ ਉਹ ਕੰਮ ਕਰਨਾ ਚਾਹੁੰਦਾ ਸੀ ਪਰ ਉਸਦੇ ਕੋਲ ਕੋਈ ਬੈਸਟ ਆਈਡੀਆ ਨਹੀਂ ਸੀ। ਇਸ ਕਰਕੇ ਉਹ ਇਸ ਨੂੰ ਕਰਨ ਦੇ ਲਈ ਤਿਆਰ ਨਹੀਂ ਹੋ ਸਕਿਆ। ਹਾਂ, ਤੇ ਮੈਨੂੰ ਸਾਰੇ ਵਧਾਈਆਂ ਦੇ ਰਹੇ ਸਨ ਕਿਉਂਕਿ ਮੈਨੂੰ ਇੰਨਾ ਵੱਡਾ ਕੰਸਟਰਕਸ਼ਨ ਪ੍ਰੋਜੈਕਟ ਪਹਿਲੀ ਵਾਰ ਮਿਲਿਆ ਸੀ ਜਿਸ ਨੂੰ ਕੰਪਲੀਟ ਕਰਨ ਦੇ ਨਾਲ ਮੈਂ ਕਾਮਯਾਬ ਹੋ ਸਕਦੀ ਸੀ। ਮੈਂ ਨਹੀਂ ਜਾਣਦੀ ਸੀ ਕਿ ਮੈਂ ਸਭ ਕੁਝ ਕਿਵੇਂ ਕਰਾਂਗੀ, ਪਰ ਮੈਨੂੰ ਆਪਣੇ ਆਪ ਤੇ ਭਰੋਸਾ ਸੀ ਕਿ ਮੈਂ ਇਹ ਸਭ ਕੁਝ ਕਰ ਲਵਾਂਗੀ। ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਇਸ ਕਾਬਲ ਸਮਝਿਆ ਗਿਆ ਸੀ ਅਤੇ ਇਹ ਕੰਮ ਮੈਨੂੰ ਦੇ ਦਿੱਤਾ ਗਿਆ ਸੀ। ਪਰ ਅਜੇ ਵੀ ਮੈਨੂੰ ਉਹ ਦੋਵੇਂ ਲਿਫਟ ਦੇ ਵਿੱਚ ਹੀ ਮਿਲਦੇ ਸਨ। ਆਪਸ ਦੇ ਵਿੱਚ ਉਹ ਸ਼ਾਇਦ ਮੇਰੇ ਬਾਰੇ ਕੁਝ ਗੱਲਾਂ ਕਰਦੇ ਸਨ ਪਰ ਮੈਂ ਕਦੇ ਉਹਨਾਂ ਦੀਆਂ ਗੱਲਾਂ ਤੇ ਧਿਆਨ ਨਹੀਂ ਦਿੱਤਾ ਸੀ। ਇੱਕ ਵਾਰ ਉਹਨਾਂ ਦੋਨਾਂ ਨੇ ਮੇਰੇ ਨਾਲ ਲਿਫਟ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਉਸ ਸਮੇਂ ਲਿਫਟ ਦੇ ਵਿੱਚ ਮੇਰੇ ਤੇ ਉਹਨਾਂ ਤੋਂ ਇਲਾਵਾ ਕੋਈ ਨਹੀਂ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਇਸ ਕੰਪਨੀ ਦੇ ਵਿੱਚ ਪਿਛਲੇ 2.5 ਸਾਲਾਂ ਤੋਂ ਕੰਮ ਕਰ ਰਹੇ ਹਾਂ, ਅੱਜ ਤੱਕ ਅਸੀਂ ਇੰਨੇ ਕਾਮਯਾਬ ਨਹੀਂ ਹੋ ਸਕੇ। ਆਖਿਰਕਾਰ ਤੁਸੀਂ ਇਸ ਤਰ੍ਹਾਂ ਦਾ ਕੀ ਜਾਦੂ ਕਰਦੇ ਹੋ ਜਿਸ ਦੇ ਨਾਲ ਤੁਸੀਂ 1 ਸਾਲ ਦੇ ਵਿੱਚ ਹੀ ਇੱਕ ਮਾਮੂਲੀ ਜਿਹੀ ਇੰਪਲਾਈ ਤੋਂ ਇੱਥੋਂ ਦੇ ਮੈਨੇਜਰ ਬਣ ਗਏ। ਮੈਂ ਕਿਹਾ ਕਿ ਜਿਸ ਤਰ੍ਹਾਂ ਮੈਂ ਮਿਹਨਤ ਕਰਦੀ ਹਾਂ ਉਸ ਤਰ੍ਹਾਂ ਤੁਸੀਂ ਵੀ ਕਰ ਲਿਆ ਕਰੋ। ਮੈਂ ਕੋਈ ਜਾਦੂ ਨਹੀਂ ਕਰਦੀ। ਇਹ ਕਹਿ ਕੇ ਮੈਂ ਲਿਫਟ ਦੇ ਵਿੱਚੋਂ ਨਿਕਲ ਗਈ ਸੀ। ਅਗਲੇ ਦਿਨ ਜਦੋਂ ਮੈਂ ਫਿਰ ਤੋਂ ਲਿਫਟ ਦੇ ਅੰਦਰ ਦਾਖਲ ਹੋਈ ਸੀ ਤਾਂ ਉਹ ਦੋਵੇਂ ਹੀ ਰੋਜ਼ ਦੀ ਤਰ੍ਹਾਂ ਲਿਫਟ ਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਸਨ। ਜਦੋਂ ਮੇਰਾ ਧਿਆਨ ਆਪਣੀ ਇੱਕ ਫਾਈਲ ਨੂੰ ਪੜ੍ਹਨ ਦੇ ਵਿੱਚ ਬਿਜੀ ਸੀ, ਅੱਜ ਵੀ ਉਹ ਆਪਸ ਦੇ ਵਿੱਚ ਕੁਝ ਗੱਲਾਂ ਕਰ ਰਹੇ ਸਨ। ਮੈਂ ਫਲੋਰ ਨੰਬਰ 5 ਤੇ ਜਾਣਾ ਸੀ। ਮੈਂ ਬਟਨ ਪ੍ਰੈਸ ਕਰ ਚੁੱਕੀ ਸੀ। ਲਗਭਗ 10-15 ਮਿੰਟ ਹੀ ਹੋਏ ਸਨ ਜਦੋਂ ਅਚਾਨਕ ਲਿਫਟ ਦੇ ਵਿੱਚੋਂ ਖੜ-ਖੜ ਦੀ ਆਵਾਜ਼ ਆਉਣ ਲੱਗੀ ਸੀ। ਉਸ ਦਿਨ ਮੇਰੀ ਬਹੁਤ ਇੰਪੋਰਟੈਂਟ ਮੀਟਿੰਗ ਸੀ, ਇਸ ਕਰਕੇ ਮੈਂ ਜਲਦੀ ਤੋਂ ਜਲਦੀ ਆਪਣੇ ਕੈਬਨ ਦੇ ਵਿੱਚ ਜਾਣ ਤੋਂ ਬਾਅਦ ਸਭ ਨੂੰ ਇਨਫੋਰਮ ਕਰਨਾ ਸੀ। ਪਰ ਮੈਂ ਇਹਨਾਂ ਆਵਾਜ਼ਾਂ ਦੇ ਕਾਰਨ ਬਹੁਤ ਪਰੇਸ਼ਾਨ ਹੋ ਰਹੀ ਸੀ ਅਤੇ ਮੈਂ ਘਬਰਾਉਂਦੇ ਹੋਏ ਕਿਹਾ ਕਿ ਆਖਰਕਾਰ ਇਹ ਲਿਫਟ ਇਸ ਤਰ੍ਹਾਂ ਕਿਉਂ ਹਿੱਲ ਰਹੀ ਹੈ। ਉਹ ਦੋਵੇਂ ਮੈਨੂੰ ਦੇਖ ਕੇ ਕਹਿ ਰਹੇ ਸਨ ਕਿ ਕੀ ਹੋਇਆ ਪ੍ਰੀਤੀ, ਤੁਸੀਂ ਬਹੁਤ ਘਬਰਾ ਰਹੇ ਹੋ। ਮੈਂ ਕਿਹਾ ਕਿ ਇਹ ਹਿੱਲ ਕਿਉਂ ਰਹੀ ਹੈ। ਮੈਂ ਬੁਰੀ ਤਰ੍ਹਾਂ ਡਰ ਗਈ ਸੀ। ਮੈਂ ਆਪਣੀ ਫਾਈਲ ਬੰਦ ਕੀਤੀ ਅਤੇ ਡਰਦੀ ਹੋਈ ਨੇ ਦਰਵਾਜ਼ੇ ਦੇ ਵੱਲ ਦੇਖਿਆ। ਉੱਪਰ ਲਿਖਿਆ ਹੋਇਆ ਸਾਫ਼-ਸਾਫ਼ ਦਿਖ ਰਿਹਾ ਸੀ ਕਿ ਅਸੀਂ ਹੁਣ 3 ਫਲੋਰ ਤੇ ਆ ਗਏ ਹਾਂ ਅਤੇ ਲਿਫਟ ਦੇ ਵਿੱਚ ਜ਼ੋਰ-ਜ਼ੋਰ ਦੀ ਖੜਖੜ ਦੀ ਆਵਾਜ਼ ਹੋ ਰਹੀ ਸੀ। ਹੁਣ ਮੈਂ ਵਜ੍ਹਾ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਚਾਨਕ ਲਿਫਟ ਬੰਦ ਹੋ ਗਈ। ਮੈਂ ਅਚਾਨਕ ਲਿਫਟ ਰੁਕਣ ਤੇ ਪਰੇਸ਼ਾਨ ਹੋ ਗਈ ਸੀ। ਮੈਂ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਖੋਲ੍ਹ ਨਹੀਂ ਸਕੀ ਸੀ। ਲਿਫਟ ਬਿਲਕੁਲ ਇੱਕ ਥਾਂ ਤੇ ਬੰਦ ਹੋ ਕੇ ਫਸ ਗਈ ਸੀ। ਮੈਂ ਘਬਰਾਉਂਦੀ ਹੋਈ ਨੇ ਇੱਧਰ-ਉੱਧਰ ਹੱਥ ਮਾਰੇ। ਉਸ ਸਮੇਂ ਹੀ ਮੇਰੀ ਨਿਗਾਹ ਸੁਨੀਲ ਤੇ ਵਿਕਾਸ ਤੇ ਪਈ ਸੀ। ਮੈਂ ਉਹਨਾਂ ਨੂੰ ਦੇਖ ਕੇ ਕਨਫਿਊਜ਼ ਹੋ ਗਈ ਸੀ ਕਿਉਂਕਿ ਉਹ ਦੋਵੇਂ ਹੀ ਬਹੁਤ ਬੇਫਿਕਰ ਹੋ ਕੇ ਖੜੇ ਹੋਏ ਸਨ। ਉਹਨਾਂ ਦੋਹਾਂ ਨੂੰ ਜਿਵੇਂ ਕੋਈ ਲਿਫਟ ਰੁਕਣ ਦੇ ਨਾਲ ਕੋਈ ਫਰਕ ਹੀ ਨਹੀਂ ਪਿਆ ਸੀ। ਪਰ ਇਹਨਾਂ ਦੋਨਾਂ ਨੇ ਮੈਨੂੰ ਜੋ ਕਿਹਾ ਸੀ ਉਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ ਸਨ। ਉਹ ਕਹਿਣ ਲੱਗੇ ਕਿ ਅੱਜ ਸਵੇਰ ਤੋਂ ਲਿਫਟ ਬੰਦ ਹੈ। ਕੀ ਤੁਸੀਂ ਬਾਹਰ ਲੱਗਿਆ ਹੋਇਆ ਸਾਈਨ ਬੋਰਡ ਨਹੀਂ ਦੇਖਿਆ? ਲਿਫਟ ਦੇ ਵਿੱਚ ਕੋਈ ਖਰਾਬੀ ਪੈ ਗਈ ਹੈ, ਇਸ ਕਰਕੇ ਸਾਰੇ ਪੌੜੀਆਂ ਦਾ ਇਸਤੇਮਾਲ ਕਰ ਰਹੇ ਹਨ। ਤੁਸੀਂ ਇੰਨੇ ਪੜ੍ਹੇ ਲਿਖੇ ਹੁੰਦੇ ਹੋਏ ਵੀ ਬਾਹਰ ਲੱਗਿਆ ਹੋਇਆ ਸਾਈਨ ਬੋਰਡ ਨਹੀਂ ਦੇਖ ਸਕੇ। ਮੈਂ ਕਿਹਾ ਕਿ ਜੇਕਰ ਤੁਸੀਂ ਸਾਈਨ ਬੋਰਡ ਦੇਖਿਆ ਸੀ ਤਾਂ ਤੁਸੀਂ ਇਸ ਲਿਫਟ ਦੇ ਵਿੱਚ ਕਿਉਂ ਆਏ? ਤਾਂ ਸੁਨੀਲ ਹੱਸਦੇ ਹੋਏ ਕਹਿਣ ਲੱਗਿਆ, ਕਿਉਂਕਿ ਸਾਨੂੰ ਤਾਂ ਖਤਰਿਆਂ ਨਾਲ ਖੇਡਣ ਦਾ ਬਹੁਤ ਸ਼ੌਂਕ ਹੈ। ਇਹ ਇਸ ਤਰ੍ਹਾਂ ਕਹਿ ਕੇ ਉਹ ਦੋਵੇਂ ਜ਼ੋਰ-ਜ਼ੋਰ ਦੀ ਹੱਸਣ ਲੱਗੇ ਸਨ। ਮੈਂ ਕਿਹਾ, ਇਹ ਕੀ ਬਦਤਮੀਜ਼ੀ ਹੈ। ਉਹਨਾਂ ਦੀ ਗੱਲ ਸੁਣ ਕੇ ਤਾਂ ਮੈਂ ਪਾਗਲ ਹੋ ਗਈ ਸੀ। ਉਹ ਇਸ ਤਰ੍ਹਾਂ ਬੋਲ ਰਹੇ ਸਨ ਕਿ ਲਿਫਟ ਬੰਦ ਹੋਣਾ ਕੋਈ ਮਾਮੂਲੀ ਗੱਲ ਹੋਵੇ। ਲਿਫਟ ਦਾ ਖਰਾਬ ਹੋਣਾ ਤਾਂ ਸੱਚਮੁੱਚ ਇੱਕ ਮਾਮੂਲੀ ਗੱਲ ਸੀ। ਇਸ ਨੂੰ ਠੀਕ ਕੀਤਾ ਜਾ ਸਕਦਾ ਸੀ, ਪਰ ਇਹ ਕਿੰਨੇ ਸਮੇਂ ਦੇ ਵਿੱਚ ਠੀਕ ਹੋਵੇਗੀ? ਮੇਰੀ ਮੀਟਿੰਗ ਦਾ ਟਾਈਮ ਨਿਕਲ ਜਾਵੇਗਾ। ਲੋਕ ਸੋਚਣਗੇ ਕਿ ਅੱਜ ਮੈਂ ਆਫਿਸ ਨਹੀਂ ਆਈ ਹਾਂ, ਕਿਉਂਕਿ ਕੋਈ ਵੀ ਇਹ ਨਹੀਂ ਜਾਣਦਾ ਸੀ ਕਿ ਮੈਂ ਲਿਫਟ ਦੇ ਵਿੱਚ ਫਸੀ
ਫਸੀ ਹੋਈ ਹਾਂ। ਮੈਂ ਆਫਿਸ ਦੇ ਕਾਫੀ ਸਾਰੇ ਲੋਕਾਂ ਨੂੰ ਕਾਲ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਲਿਫਟ ਬੰਦ ਹੋਣ ਦੇ ਕਾਰਨ ਮੇਰੇ ਫੋਨ ਦੇ ਵਿੱਚ ਨੈਟਵਰਕ ਨਹੀਂ ਆ ਰਿਹਾ ਸੀ। ਮੈਂ ਬਹੁਤ ਪਰੇਸ਼ਾਨ ਹੋ ਗਈ ਸੀ। ਮੈਂ ਕਿਹਾ ਕਿ ਜਦੋਂ ਮੈਂ ਲਿਫਟ ਦੇ ਅੰਦਰ ਦਾਖਲ ਹੋ ਰਹੀ ਸੀ ਤਾਂ ਤੁਸੀਂ ਮੈਨੂੰ ਇਸ ਬਾਰੇ ਕਿਉਂ ਨਹੀਂ ਦੱਸਿਆ, ਮੈਨੂੰ ਰੋਕਿਆ ਕਿਉਂ ਨਹੀਂ। ਮੈਂ ਤਾਂ ਆਪਣੀ ਫਾਈਲ ਤੇ ਧਿਆਨ ਦੇਣ ਦੇ ਕਾਰਨ ਕਿਸੇ ਸਾਈਨ ਬੋਰਡ ਤੇ ਧਿਆਨ ਨਹੀਂ ਦਿੱਤਾ ਸੀ। ਸੁਨੀਲ ਕਹਿਣ ਲੱਗਿਆ, ਤੁਸੀਂ ਤਾਂ ਬਹੁਤ ਇੰਟੈਲੀਜੈਂਟ ਹੋ, ਤੁਹਾਨੂੰ ਤਾਂ ਕੁਝ ਵੀ ਸਮਝਾਉਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਲੱਗਿਆ ਕਿ ਤੁਸੀਂ ਸਾਈਨ ਬੋਰਡ ਵੀ ਦੇਖ ਲਿਆ ਹੋਵੇਗਾ ਅਤੇ ਸਾਡੀ ਤਰ੍ਹਾਂ ਜਾਣਬੁੱਝ ਕੇ ਤੁਸੀਂ ਵੀ ਜਾਣਬੁੱਝ ਕੇ ਇਸ ਲਿਫਟ ਦੇ ਵਿੱਚ ਆ ਗਏ। ਉਹ ਲੋਕ ਕਹਿਣ ਲੱਗੇ ਕਿ ਕੋਈ ਗੱਲ ਨਹੀਂ, ਇਸ ਤਰ੍ਹਾਂ ਕਦੇ-ਕਦੇ ਹੋ ਜਾਂਦਾ ਹੈ, ਇਸ ਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਹੈ। ਉਹ ਲੋਕ ਬਹੁਤ ਹੀ ਬੇਫਿਕਰ ਸਨ, ਪਰ ਮੇਰਾ ਤਾਂ ਸਿਰ ਫਟਣ ਲੱਗਿਆ ਸੀ। ਮੈਨੂੰ ਮੇਰੇ ਦਿਮਾਗ ਨੇ ਇਹ ਸਮਾਂ ਦਿਖਾ ਦਿੱਤਾ ਸੀ, ਜੇਕਰ ਮੈਂ ਫਾਈਲ ਪੜ੍ਹਨ ਦੇ ਵਿੱਚ ਇੰਨੀ ਬਿਜੀ ਨਾ ਹੁੰਦੀ, ਦੇਖ ਕੇ ਤੁਰਦੀ ਤਾਂ ਜ਼ਰੂਰ ਮੈਂ ਸਾਈਨ ਬੋਰਡ ਦੇਖ ਲੈਂਦੀ। ਮੈਂ ਉਸ ਸਮੇਂ ਸਮਝ ਨਹੀਂ ਸਕੀ ਸੀ ਕਿ ਉਹਨਾਂ ਦੋਨਾਂ ਨੇ ਮੇਰੇ ਨਾਲ ਕੋਈ ਚਾਲ ਚੱਲੀ ਹੈ। ਉਹਨਾਂ ਨੇ ਮੈਨੂੰ ਸਿਰਫ ਇਹ ਨਹੀਂ ਦੱਸਿਆ ਕਿ ਅਸੀਂ ਇਕੱਠੇ ਲਿਫਟ ਦੇ ਵਿੱਚ ਬੰਦ ਹੋ ਜਾਵਾਂਗੇ। ਉਹਨਾਂ ਨੇ ਲਿਫਟ ਦੀ ਖਰਾਬੀ ਦਾ ਫਾਇਦਾ ਚੱਕਿਆ ਸੀ। ਉਹਨਾਂ ਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋ ਰਿਹਾ ਬੰਦ ਲਿਫਟ ਦੇ ਵਿੱਚ ਸਾਨੂੰ ਕੋਈ ਵੀ ਪ੍ਰੋਬਲਮ ਹੋ ਸਕਦੀ ਸੀ। ਉਹਨਾਂ ਦੋਨਾਂ ਨੇ ਦੱਸਿਆ ਸੀ ਕਿ ਲਿਫਟ ਨੂੰ ਠੀਕ ਹੋਣ ਦੇ ਵਿੱਚ 2-3 ਘੰਟਿਆਂ ਦਾ ਸਮਾਂ ਲੱਗ ਸਕਦਾ ਹੈ ਅਤੇ 2-3 ਘੰਟੇ ਇੱਕ ਛੋਟੀ ਜਿਹੀ ਲਿਫਟ ਦੇ ਵਿੱਚ ਬੰਦ ਰਹਿਣ ਦੇ ਬਾਰੇ ਸੋਚ ਕੇ ਮੇਰੀ ਤਾਂ ਹਾਲਤ ਖਰਾਬ ਹੋਣ ਲੱਗੀ ਸੀ। ਮੈਨੂੰ ਲੱਗਿਆ ਕਿ ਮੇਰੀ ਤਾਂ ਜਾਨ ਨਿਕਲ ਜਾਵੇਗੀ। ਮੇਰਾ ਸਰੀਰ ਕੰਬਣ ਲੱਗਿਆ ਸੀ। ਮੈਂ ਕੰਧ ਦਾ ਸਹਾਰਾ ਲੈ ਕੇ ਹੇਠਾਂ ਡਿੱਗ ਪਈ ਸੀ। ਪਰ ਸਾਈਨ ਬੋਰਡ ਨਾ ਦੇਖਣ ਦੀ ਗਲਤੀ ਮੈਨੂੰ ਪਰੇਸ਼ਾਨ ਕਰ ਰਹੀ ਸੀ। ਮੈਨੂੰ ਆਪਣੀ ਗਲਤੀ ਤੇ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ ਸੀ। ਮੈਨੂੰ ਵਿਕਾਸ ਅਤੇ ਸੁਨੀਲ ਤੇ ਵੀ ਬਹੁਤ ਗੁੱਸਾ ਆ ਰਿਹਾ ਸੀ, ਜੋ ਸਾਈਨ ਬੋਰਡ ਨੂੰ ਦੇਖਣ ਤੋਂ ਬਾਅਦ ਵੀ ਅਣਦੇਖਿਆ ਕਰਕੇ ਅੰਦਰ ਆ ਗਏ ਅਤੇ ਮੈਨੂੰ ਵੀ ਇਸ ਬਾਰੇ ਕੁਝ ਨਹੀਂ ਦੱਸਿਆ ਸੀ। ਮੇਰੀ ਹਾਲਤ ਬਹੁਤ ਖਰਾਬ ਹੁੰਦੀ ਦੇਖ ਕੇ ਉਹ ਦੋਵੇਂ ਫਿਕਰ ਜਤਾਉਂਦੇ ਹੋਏ ਮੇਰੇ ਨਾਲ ਹੀ ਆ ਕੇ ਬੈਠ ਗਏ। ਮੈਨੂੰ ਤਸੱਲੀ ਦੇਣ ਲੱਗੇ, ਮੇਰੇ ਮੋਢੇ ਤੇ ਹੱਥ ਰੱਖ ਕੇ ਮੇਰੇ ਨਾਲ ਬੈਠ ਗਏ ਅਤੇ ਕਹਿਣ ਲੱਗੇ ਕਿ ਪ੍ਰੀਤੀ, ਤੁਸੀਂ ਇੰਨਾ ਪਰੇਸ਼ਾਨ ਕਿਉਂ ਹੋ ਰਹੇ ਹੋ? ਲਿਫਟ ਖਰਾਬ ਹੋਣਾ ਤਾਂ ਇੱਕ ਨਾਰਮਲ ਜਿਹੀ ਗੱਲ ਹੈ। ਥੋੜੇ ਸਮੇਂ ਦੇ ਵਿੱਚ ਇਹ ਠੀਕ ਹੋ ਜਾਵੇਗੀ। ਸਮਾਂ ਗੁਜ਼ਰਨ ਦਾ ਪਤਾ ਵੀ ਨਹੀਂ ਲੱਗੇਗਾ। ਤੁਸੀਂ ਇੱਥੇ ਇਕੱਲੀ ਤਾਂ ਨਹੀਂ ਹੋ, ਅਸੀਂ ਵੀ ਤਾਂ ਤੁਹਾਡੇ ਨਾਲ ਇੱਥੇ ਹੀ ਬੈਠੇ ਹਾਂ। ਮੈਂ ਰੋਣਾ ਸ਼ੁਰੂ ਕਰ ਦਿੱਤਾ ਸੀ। ਮੈਂ ਬਹੁਤ ਪਰੇਸ਼ਾਨੀ ਦੇ ਵਿੱਚ ਘਿਰ ਚੁੱਕੀ ਸੀ। ਉਹਨਾਂ ਦੋਨਾਂ ਦਾ ਨੇੜੇ ਆਉਣਾ ਮੈਂ ਮਹਿਸੂਸ ਨਹੀਂ ਕਰ ਸਕੀ। ਮੈਂ ਰੋਣ ਦੇ ਵਿੱਚ ਬਿਜੀ ਸੀ ਅਤੇ ਮੇਰੀ ਹਾਲਤ ਵੀ ਖਰਾਬ ਹੋ ਚੁੱਕੀ ਸੀ। ਪਰ ਫਿਰ ਮੈਂ ਉਹਨਾਂ ਦੋਨਾਂ ਦੇ ਹੱਥ ਆਪਣੇ ਮੋਢਿਆਂ ਤੋਂ ਖਿਸਕ ਕੇ ਕਮਰ ਤੇ ਜਾਂਦੇ ਮਹਿਸੂਸ ਕੀਤੇ ਤਾਂ ਮੈਨੂੰ ਇੱਕ ਜ਼ੋਰਦਾਰ ਝਟਕਾ ਲੱਗਿਆ ਸੀ। ਮੈਂ ਉਹਨਾਂ ਨੂੰ ਹੈਰਾਨੀ ਦੇ ਨਾਲ ਦੇਖਿਆ ਅਤੇ ਕਿਹਾ ਕਿ ਇਹ ਤੁਸੀਂ ਕੀ ਕਰ ਰਹੇ ਹੋ? ਤੁਹਾਨੂੰ ਇਸ ਤਰ੍ਹਾਂ ਦੀ ਹਰਕਤ ਕਰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ। ਮੇਰਾ ਚਿਹਰਾ ਹੁਣ ਗੁੱਸੇ ਦੇ ਨਾਲ ਲਾਲ ਹੋ ਰਿਹਾ ਸੀ, ਪਰ ਉਹ ਕਹਿਣ ਲੱਗੇ ਕਿ ਲਿਫਟ ਤਾਂ ਹੁਣ ਬੰਦ ਹੋ ਚੁੱਕੀ ਹੈ, 2-3 ਘੰਟਿਆਂ ਤੱਕ ਨਹੀਂ ਖੁੱਲੇਗੀ, ਤਾਂ ਉਦੋਂ ਤੱਕ ਅਸੀਂ ਇਸ ਤਰ੍ਹਾਂ ਹੀ ਬੈਠੇ ਰਹਾਂਗੇ ਤਾਂ ਬੋਰ ਹੋ ਜਾਵਾਂਗੇ ਅਤੇ ਇਸ ਲਿਫਟ ਦੇ ਅੰਦਰ ਘਬਰਾਹਟ ਵੀ ਮਹਿਸੂਸ ਹੋਣ ਲੱਗੇਗੀ। ਉਹਨਾਂ ਦੋਨਾਂ ਨੇ ਕਿਹਾ ਕਿ ਅੱਜ ਸਾਨੂੰ ਤੁਹਾਡੇ ਨਾਲ ਦੋਸਤੀ ਕਰਨ ਦਾ ਬਹੁਤ ਚੰਗਾ ਮੌਕਾ ਮਿਲ ਗਿਆ। ਵੈਸੇ ਵੀ ਤੁਸੀਂ ਆਪਣੇ ਕੰਮ ਦੇ ਵਿੱਚ ਇੰਨਾ ਜ਼ਿਆਦਾ ਬਿਜੀ ਰਹਿੰਦੇ ਹੋ ਕਿ ਸਾਡੇ ਨਾਲ ਗੱਲ ਵੀ ਨਹੀਂ ਕਰਦੇ। ਤੁਸੀਂ ਬਹੁਤ ਇੱਕ ਘਮੰਡੀ ਲੜਕੀ ਹੋ। ਕਾਫੀ ਸਮੇਂ ਤੋਂ ਅਸੀਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਤੁਸੀਂ ਸਾਡੇ ਵੱਲ ਦੇਖਦੇ ਵੀ ਨਹੀਂ। ਇਸ ਕੰਪਨੀ ਦੇ ਵਿੱਚ ਕੋਈ ਅਜਿਹੀ ਲੜਕੀ ਨਹੀਂ ਹੈ ਜੋ ਸਾਡੇ ਤੇ ਨਾ ਮਰਦੀ ਹੋਵੇ। ਇੱਕ ਤੁਸੀਂ ਹੀ ਅਜਿਹੀ ਹੋ ਜੋ ਹਮੇਸ਼ਾ ਸਾਨੂੰ ਆਪਣਾ ਐਟੀਟਿਊਡ ਦਿਖਾਉਂਦੀ ਰਹਿੰਦੀ ਹੈ। ਅਤੇ ਇੱਕ ਗੱਲ ਤਾਂ ਦੱਸੋ ਕਿ ਤੁਹਾਨੂੰ ਕਿਸ ਗੱਲ ਦਾ ਘਮੰਡ ਹੈ? ਤੁਸੀਂ ਜਿਸ ਦਿਨ ਤੋਂ ਇਸ ਕੰਪਨੀ ਦੇ ਵਿੱਚ ਕਦਮ ਰੱਖਿਆ ਹੈ, ਸਭ ਨੂੰ ਆਪਣੇ ਪਿੱਛੇ ਲਾ ਲਿਆ ਹੈ। ਤੁਸੀਂ ਬਹੁਤ ਜ਼ਿਆਦਾ ਖੂਬਸੂਰਤ ਹੋ, ਪਰ ਇੰਨੀ ਸਮਝਦਾਰ ਕਿਵੇਂ ਹੋ ਕਿ ਤੁਸੀਂ ਬੌਸ ਦਾ ਵੀ ਦਿਲ ਜਿੱਤ ਲਿਆ? ਇੱਥੇ ਅਸੀਂ ਇੰਨੇ ਸਾਲਾਂ ਤੋਂ ਇਸ ਕੰਪਨੀ ਦੇ ਵਿੱਚ ਨੌਕਰੀ ਕਰ ਰਹੇ ਹਾਂ, ਬੌਸ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਤੁਸੀਂ ਤਾਂ 1 ਸਾਲ ਦੇ ਵਿੱਚ ਹੀ ਸਾਨੂੰ ਪਿੱਛੇ ਕਰ ਦਿੱਤਾ। ਇੱਥੋਂ ਤੱਕ ਕਿ ਕੰਪਨੀ ਦੀ ਮੈਨੇਜਰ ਵੀ ਬਣ ਗਈ। ਸਾਡੇ ਸਾਰੇ ਜੂਨੀਅਰ ਸਾਡੀ ਬੇਇੱਜ਼ਤੀ ਕਰਦੇ ਹਨ, ਗੱਲ-ਗੱਲ ਤੇ ਸਾਡਾ ਮਜ਼ਾਕ ਉਡਾਉਂਦੇ ਹਨ ਕਿ ਕੱਲ ਦੀ ਆਈ ਹੋਈ ਲੜਕੀ ਅੱਜ ਕਿੱਥੇ ਦੀ ਕਿੱਥੇ ਪਹੁੰਚ ਗਈ। ਪਤਾ ਨਹੀਂ ਅਸੀਂ ਇੱਥੇ ਕਿੰਨੇ ਸਮੇਂ ਤੋਂ ਨੌਕਰੀ ਕਰ ਰਹੇ ਹਾਂ ਅਤੇ ਆਪਣੀ ਇਸ ਪੋਸਟ ਤੋਂ ਅੱਗੇ ਹੀ ਨਹੀਂ ਵਧ ਰਹੇ। ਸਾਨੂੰ ਤੁਹਾਡੇ ਤੋਂ ਜਲਨ ਮਹਿਸੂਸ ਹੁੰਦੀ ਹੈ। ਤੁਹਾਡੀ ਕਾਮਯਾਬੀ ਦੇਖ ਕੇ ਲੋਕ ਸਾਨੂੰ ਚਿੜਾਉਂਦੇ ਹਨ। ਬੌਸ ਨੇ ਤੁਹਾਨੂੰ ਪ੍ਰੋਜੈਕਟ ਦਿੱਤਾ ਹੈ ਤਾਂ ਤੁਹਾਡੇ ਜ਼ਿਆਦਾ ਹੀ ਫਰ ਲੱਗ ਗਏ ਹਨ। ਅਸੀਂ ਵੀ ਦੇਖਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਇਹ ਪ੍ਰੋਜੈਕਟ ਬੌਸ ਨੂੰ ਪੂਰਾ ਕਰਕੇ ਦਿੰਦੇ ਹੋ। ਅੱਜ ਅਸੀਂ ਤੁਹਾਡੀ ਇੱਜ਼ਤ ਦੀਆਂ ਅਜਿਹੀਆਂ ਧੱਜੀਆਂ ਉਡਾਵਾਂਗੇ ਕਿ ਤੁਸੀਂ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੋਗੇ ਅਤੇ ਸ਼ਰਮਿੰਦਗੀ ਦੇ ਕਾਰਨ ਤੁਸੀਂ ਜੌਬ ਤੇ ਆਉਣਾ ਤਾਂ ਦੂਰ, ਆਪਣੇ ਘਰ ਤੋਂ ਬਾਹਰ ਵੀ ਨਹੀਂ ਨਿਕਲੋਗੇ। ਉਹਨਾਂ ਦੀਆਂ ਅੱਖਾਂ ਦੇ ਵਿੱਚ ਮੈਨੂੰ ਦੇਖ ਕੇ ਇੱਕ ਅਜੀਬ ਜਿਹੀ ਚਮਕ ਪੈਦਾ ਹੋ ਗਈ ਸੀ। ਹੁਣ ਮੈਂ ਸਮਝ ਗਈ ਸੀ ਕਿ ਉਹ ਲੋਕ ਮੇਰੇ ਤੋਂ ਇਸ ਗੱਲ ਦਾ ਬਦਲਾ ਲੈਣਾ ਚਾਹੁੰਦੇ ਸਨ ਕਿ ਮੈਂ ਇਸ ਕੰਪਨੀ ਦੇ ਵਿੱਚ ਇੰਨੀ ਕਾਮਯਾਬ ਕਿਉਂ ਹੋ ਰਹੀ ਹਾਂ ਅਤੇ
ਉਹ ਮੇਰੇ ਤੋਂ ਪਿੱਛੇ ਕਿਉਂ ਹਨ। ਬਸ ਇਸੇ ਹੀ ਜਲਨ ਨੇ ਉਹਨਾਂ ਦੇ ਵਿੱਚ ਮੇਰੇ ਲਈ ਇੱਕ ਅੱਗ ਪੈਦਾ ਕਰ ਦਿੱਤੀ ਸੀ, ਜਿਸ ਨੂੰ ਉਹ ਅੱਜ ਮੇਰੀ ਇੱਜ਼ਤ ਖਰਾਬ ਕਰਕੇ ਬੁਝਾਉਣਾ ਚਾਹੁੰਦੇ ਸਨ। ਮੈਂ ਇੱਥੋਂ ਕਿਤੇ ਭੱਜ ਨਹੀਂ ਸਕਦੀ ਸੀ। ਮੈਂ ਉਹਨਾਂ ਨੂੰ ਸ਼ਰਮ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ ਕਿ ਤੁਸੀਂ ਮੇਰੇ ਨਾਲ ਇਹ ਚੰਗਾ ਨਹੀਂ ਕਰ ਰਹੇ ਹੋ, ਮੈਂ ਸਾਰਿਆਂ ਨੂੰ ਤੁਹਾਡੇ ਬਾਰੇ ਦੱਸ ਦਿਆਂਗੀ। ਤਾਂ ਸੁਨੀਲ ਜ਼ੋਰ ਹੀ ਦੀ ਹੱਸਣ ਲੱਗਿਆ ਅਤੇ ਕਹਿਣ ਲੱਗਿਆ ਕਿ ਅਸੀਂ ਤੁਹਾਨੂੰ ਕਿਤੇ ਮੂੰਹ ਦਿਖਾਉਣ ਦੇ ਲਾਇਕ ਹੀ ਨਹੀਂ ਛੱਡਾਂਗੇ। ਤੂੰ ਸਾਡੇ ਬਾਰੇ ਕਿਸੇ ਨੂੰ ਕੀ ਦੱਸੇਂਗੀ? ਅੱਜ ਦਾ ਦਿਨ ਇਸ ਆਫਿਸ ਦੇ ਵਿੱਚ ਤੁਹਾਡੇ ਲਈ ਆਖਰੀ ਦਿਨ ਹੋਵੇਗਾ। ਜਦੋਂ ਤੇਰੀ ਅਸੀਂ ਇੱਜ਼ਤ ਖਰਾਬ ਕਰ ਦਿਆਂਗੇ ਤਾਂ ਤੂੰ ਕਦੇ ਵੀ ਇਸ ਆਫਿਸ ਦੇ ਵਿੱਚ ਦੁਬਾਰਾ ਨਹੀਂ ਆਏਗੀ ਅਤੇ ਨਾ ਹੀ ਤੂੰ ਕਿਸੇ ਨੂੰ ਦੱਸ ਸਕੇਗੀ ਕਿ ਕਿਸ ਤਰ੍ਹਾਂ ਅਸੀਂ ਲਿਫਟ ਦੇ ਅੰਦਰ ਤੁਹਾਡੀ ਇੱਜ਼ਤ ਖਰਾਬ ਕੀਤੀ ਹੈ। ਮੈਂ ਜ਼ੋਰ-ਜ਼ੋਰ ਦੀ ਰੋ ਰਹੀ ਸੀ। ਉਹਨਾਂ ਲੋਕਾਂ ਦੇ ਅੱਗੇ ਰਿਕੁਐਸਟ ਕਰ ਰਹੀ ਸੀ ਕਿ ਪਲੀਜ਼ ਮੈਨੂੰ ਛੱਡ ਦਿਓ, ਪਲੀਜ਼ ਮੇਰੇ ਨਾਲ ਇਸ ਤਰ੍ਹਾਂ ਨਾ ਕਰੋ। ਉਹਨਾਂ ਨੇ ਮੇਰਾ ਸਾਮਾਨ ਖਿੱਚ ਕੇ ਦੂਰ ਸੁੱਟ ਦਿੱਤਾ ਸੀ ਅਤੇ ਉਹ ਮੇਰੇ ਨਾਲ ਗਲਤ ਹਰਕਤਾਂ ਕਰ ਰਹੇ ਸਨ। ਮੇਰਾ ਸਰੀਰ ਡਰ ਦੇ ਮਾਰੇ ਕੰਬ ਰਿਹਾ ਸੀ ਅਤੇ ਇਹ ਲੋਕ ਚੰਗੀ ਤਰ੍ਹਾਂ ਜਾਣਦੇ ਸਨ ਕਿ ਮੈਂ ਲਿਫਟ ਦੇ ਅੰਦਰ ਜਾਵਾਂਗੀ। ਇਹ ਸਭ ਕੁਝ ਉਹਨਾਂ ਨੇ ਮੇਰੇ ਤੋਂ ਬਦਲਾ ਲੈਣ ਦੇ ਲਈ ਪੂਰੀ ਪਲੈਨਿੰਗ ਦੇ ਨਾਲ ਕੀਤਾ ਸੀ। ਮੈਂ ਉਹਨਾਂ ਨੂੰ ਦੂਰ ਧੱਕਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹਨਾਂ ਨੇ ਮੇਰੇ ਇੱਕ ਟਾਈ ਦੇ ਨਾਲ ਹੱਥ ਬੰਨ੍ਹ ਦਿੱਤੇ ਸਨ। ਮੈਂ ਯਕੀਨ ਨਹੀਂ ਕਰ ਸਕਦੀ ਸੀ ਕਿ ਇਹ ਲੋਕ ਮੇਰੇ ਨਾਲ ਇਸ ਤਰ੍ਹਾਂ ਵੀ ਕਰ ਸਕਦੇ ਹਨ। ਮੈਂ ਉਹਨਾਂ ਦੇ ਸਾਹਮਣੇ ਮਿੰਨਤਾਂ ਕਰ ਰਹੀ ਸੀ, ਪਰ ਉਹਨਾਂ ਨੇ ਮੇਰੀ ਬੇਵਸੀ ਦਾ ਫਾਇਦਾ ਚੱਕਿਆ ਸੀ। ਇਹਨਾਂ ਲੋਕਾਂ ਨੂੰ ਮੇਰੀ ਕਾਮਯਾਬੀ ਤੋਂ ਇੰਨੀ ਜਲਨ ਹੋ ਰਹੀ ਸੀ ਕਿ ਅੱਜ ਇਹ ਸਭ ਕੁਝ ਮੇਰੇ ਨਾਲ ਇਹ ਲੋਕ ਕਰ ਰਹੇ ਸਨ। ਸੁਨੀਲ ਅਤੇ ਵਿਕਾਸ ਨੇ ਇੱਕ ਕਰਕੇ ਮੇਰੇ ਨਾਲ ਬਦਤਮੀਜ਼ੀ ਕੀਤੀ ਸੀ। ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖਤਰਨਾਕ ਦਿਨ ਸੀ। ਬਾਰ-ਬਾਰ ਮੈਨੂੰ ਆਪਣੇ ਮਾਤਾ-ਪਿਤਾ ਦੀ ਸਲਾਹ ਯਾਦ ਆ ਰਹੀ ਸੀ, ਜੋ ਹਮੇਸ਼ਾ ਮੈਨੂੰ ਸਮਝਾਉਂਦੇ ਰਹਿੰਦੇ ਸਨ ਕਿ ਇੱਧਰ-ਉੱਧਰ ਦੇਖ ਕੇ ਤੁਰਿਆ ਕਰੋ, ਹਮੇਸ਼ਾ ਆਪਣੇ ਕੰਮ ਦੇ ਵਿੱਚ ਇੰਨੀ ਜ਼ਿਆਦਾ ਨਾ ਗਵਾਚ ਜਾਇਆ ਕਰੋ ਕਿ ਤੈਨੂੰ ਆਪਣੇ ਆਸੇ-ਪਾਸੇ ਦੀ ਕੋਈ ਖਬਰ ਹੀ ਨਾ ਹੋਵੇ। ਲੜਕੀਆਂ ਨੂੰ ਬਹੁਤ ਖਿਆਲ ਰੱਖਣਾ ਪੈਂਦਾ ਹੈ, ਪਰ ਮੈਂ ਤਾਂ ਇਸ ਗੱਲ ਤੇ ਕਦੇ ਧਿਆਨ ਹੀ ਨਹੀਂ ਦਿੰਦੀ ਸੀ। ਉਹ ਦੋਵੇਂ ਕਾਫੀ ਸਮੇਂ ਤੱਕ ਮੇਰੀ ਇੱਜ਼ਤ ਦੇ ਨਾਲ ਖੇਡਦੇ ਰਹੇ ਅਤੇ ਬਾਰ-ਬਾਰ ਆਪਸ ਦੇ ਵਿੱਚ ਗੱਲਾਂ ਕਰ ਰਹੇ ਸਨ ਕਿ ਹੁਣ ਇਹ ਕਦੇ ਵੀ ਕਾਮਯਾਬ ਨਹੀਂ ਹੋ ਸਕੇਗੀ। ਹੁਣ ਇਸ ਦੀ ਥਾਂ ਤੇ ਇਸ ਆਫਿਸ ਦੇ ਵਿੱਚ ਸਾਡੀ ਇੱਜ਼ਤ ਹੋਵੇਗੀ ਅਤੇ ਇਸ ਦੀ ਥਾਂ ਤੇ ਅਸੀਂ ਇਸ ਪ੍ਰੋਜੈਕਟ ਤੇ ਕੰਮ ਕਰਾਂਗੇ। ਮੈਂ ਇਕੱਲੀ ਸੀ ਅਤੇ ਉਹ ਦੋ ਹੱਟੇ-ਕੱਟੇ ਮਰਦ ਸਨ। ਉਹ ਮੇਰੇ ਤੋਂ ਜ਼ਿਆਦਾ ਤਾਕਤਵਰ ਸਨ। ਮੈਂ ਬਾਰ-ਬਾਰ ਉਹਨਾਂ ਨੂੰ ਧਮਕਾ ਰਹੀ ਸੀ, ਉਹਨਾਂ ਨੂੰ ਬਦਦੁਆਵਾਂ ਦੇ ਰਹੀ ਸੀ, ਪਰ ਮੈਂ ਉਹਨਾਂ ਤੋਂ ਨਾ ਛੁੱਟ ਸਕੀ। ਕਾਫੀ ਸਮੇਂ ਤੱਕ ਉਹ ਮੇਰੀ ਇੱਜ਼ਤ ਖਰਾਬ ਕਰਦੇ ਰਹੇ। ਮੈਂ ਇੰਨੀ ਜ਼ਿਆਦਾ ਤਕਲੀਫ ਦੇ ਵਿੱਚ ਸੀ ਕਿ ਮੈਂ ਕੁਝ ਵੀ ਬਰਦਾਸ਼ਤ ਨਾ ਕਰ ਸਕੀ ਅਤੇ ਕਦੋਂ ਤੱਕ ਮੈਂ ਲਿਫਟ ਦੇ ਵਿੱਚ ਬੇਹੋਸ਼ ਪਈ ਰਹੀ ਸੀ, ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਲਿਫਟ ਕਦੋਂ ਠੀਕ ਹੋਈ ਸੀ। ਮੇਰੀ ਕਿਸਮਤ ਚੰਗੀ ਸੀ ਕਿ ਜਦੋਂ ਮੇਰੀ ਅੱਖ ਖੁੱਲੀ ਉਸ ਸਮੇਂ ਉੱਥੇ ਆਸੇ-ਪਾਸੇ ਕੋਈ ਵੀ ਮੌਜੂਦ ਨਹੀਂ ਸੀ, ਨਹੀਂ ਤਾਂ ਲੋਕ ਮੇਰੇ ਬਾਰੇ ਕੀ ਸੋਚਦੇ। ਮੈਂ ਜਲਦੀ ਨਾਲ ਉੱਠੀ ਅਤੇ ਮੈਂ ਆਪਣਾ ਸਾਰਾ ਸਮਾਨ ਇਕੱਠਾ ਕਰ ਲਿਆ ਸੀ ਅਤੇ ਮੈਂ ਉੱਥੋਂ ਨਿਕਲ ਕੇ ਚੁੱਪਚਾਪ ਆਪਣੀ ਗੱਡੀ ਦੇ ਵਿੱਚ ਬੈਠ ਕੇ ਘਰ ਆ ਗਈ ਸੀ। ਮੇਰੀ ਹਾਲਤ ਬਹੁਤ ਬੁਰੀ ਸੀ, ਮੇਰੇ ਤੋਂ ਢੰਗ ਨਾਲ ਤੁਰਿਆ ਵੀ ਨਹੀਂ ਜਾ ਰਿਹਾ ਸੀ। ਮੈਂ ਜਿਵੇਂ ਹੀ ਆਪਣੇ ਘਰ ਦੀ ਡੋਰਬੈਲ ਵਜਾਈ, ਮੇਰੀ ਮੰਮੀ ਦਰਵਾਜ਼ਾ ਖੋਲ੍ਹਦੇ ਹੀ ਮੈਨੂੰ ਦੇਖਦੇ ਹੀ ਪਰੇਸ਼ਾਨ ਹੋ ਗਈ ਸੀ। ਮੈਂ ਠੀਕ ਤਰੀਕੇ ਨਾਲ ਖੜੀ ਵੀ ਨਹੀਂ ਹੋ ਸਕਦੀ ਸੀ। ਉਹਨਾਂ ਨੇ ਮੈਨੂੰ ਜਲਦੀ ਨਾਲ ਸੰਭਾਲਿਆ ਤੇ ਮੈਨੂੰ ਸਹਾਰਾ ਦਿੰਦੇ ਹੋਏ ਘਰ ਦੇ ਅੰਦਰ ਲੈ ਕੇ ਗਈ ਸੀ। ਉਹ ਬਾਰ-ਬਾਰ ਮੇਰੇ ਤੋਂ ਪੁੱਛ ਰਹੀ ਸੀ ਕਿ ਕੀ ਹੋਇਆ ਹੈ ਤੁਹਾਨੂੰ, ਇਹ ਕੀ ਹਾਲ ਹੋ ਗਿਆ ਹੈ ਤੁਹਾਡਾ। ਉਹ ਬਹੁਤ ਜ਼ਿਆਦਾ ਘਬਰਾ ਗਈ ਸੀ। ਉਹ ਮੈਨੂੰ ਸਹਾਰਾ ਦੇ ਕੇ ਕਮਰੇ ਤੱਕ ਲੈ ਆਈ। ਮੇਰੀ ਹਾਲਤ ਮੇਰੀ ਮੰਮੀ ਨੂੰ ਪਰੇਸ਼ਾਨ ਕਰਨ ਲੱਗੀ ਕਿ ਮੇਰੇ ਨਾਲ ਪਤਾ ਨਹੀਂ ਕੀ ਹੋਇਆ ਹੈ। ਉਹ ਮੈਨੂੰ ਪੁੱਛਣ ਲੱਗੀ ਕਿ ਆਖਰਕਾਰ ਤੁਹਾਨੂੰ ਕੀ ਹੋਇਆ ਹੈ ਬੇਟਾ, ਤੁਸੀਂ ਤਾਂ ਆਫਿਸ ਗਏ ਸੀ ਅਤੇ ਅੱਜ ਤੁਸੀਂ ਆਫਿਸ ਤੋਂ ਜਲਦੀ ਘਰ ਆ ਗਏ ਹੋ। ਮੈਂ ਰੋਂਦੀ ਹੋਈ ਨੇ ਆਪਣੀ ਮੰਮੀ ਨੂੰ ਦੱਸਿਆ ਕਿ ਜਦੋਂ ਮੈਂ ਸਵੇਰ ਆਫਿਸ ਦੇ ਵਿੱਚ ਗਈ ਸੀ ਤਾਂ ਉੱਥੋਂ ਦੀ ਲਿਫਟ ਖਰਾਬ ਹੋ ਗਈ ਸੀ ਅਤੇ ਬੰਦ ਲਿਫਟ ਦੇ ਅੰਦਰ ਮੇਰਾ ਦਮ ਘੁੱਟਣ ਲੱਗਿਆ ਸੀ। ਜਦੋਂ ਲਿਫਟ ਠੀਕ ਹੋਈ ਤਾਂ ਮੈਂ ਜਲਦੀ ਨਾਲ ਉੱਥੋਂ ਨਿਕਲ ਕੇ ਘਰ ਆ ਗਈ ਕਿਉਂਕਿ ਮੇਰੀ ਸਿਹਤ ਠੀਕ ਨਹੀਂ ਸੀ। ਲਿਫਟ ਦੇ ਬਾਹਰ ਲਿਫਟ ਖਰਾਬ ਹੋਣ ਦਾ ਸਾਈਨ ਬੋਰਡ ਲੱਗਿਆ ਹੋਇਆ ਸੀ, ਮੈਂ ਉਹ ਨਹੀਂ ਦੇਖਿਆ ਅਤੇ 2-3 ਘੰਟੇ ਲਿਫਟ ਦੇ ਅੰਦਰ ਬੰਦ ਰਹਿਣ ਦੇ ਕਾਰਨ ਮੇਰੀ ਹਾਲਤ ਅਜਿਹੀ ਹੋ ਗਈ। ਮੈਂ ਚਾਹ ਕੇ ਵੀ ਆਪਣੀ ਮੰਮੀ ਨੂੰ ਨਹੀਂ ਦੱਸ ਸਕੀ ਸੀ ਕਿ ਮੇਰੇ ਨਾਲ ਕੀ ਹੋਇਆ। ਮੈਂ ਆਪਣੀ ਇੱਜ਼ਤ ਗਵਾ ਚੁੱਕੀ ਸੀ। ਮੇਰੀ ਮੰਮੀ ਪਰੇਸ਼ਾਨ ਹੋ ਕੇ ਮੈਨੂੰ ਦੇਖ ਰਹੀ ਸੀ। ਮੈਂ ਆਪਣਾ ਹੁਲੀਆ ਠੀਕ ਕਰ ਲਿਆ ਸੀ, ਪਰ ਫਿਰ ਵੀ ਮੇਰੀ ਮੰਮੀ ਨੂੰ ਚੈਨ ਨਹੀਂ ਮਿਲ ਰਿਹਾ ਸੀ। ਮੇਰੀ ਹਾਲਤ ਦੇਖ ਕੇ ਉਹਨਾਂ ਨੂੰ ਸ਼ੱਕ ਹੋ ਰਿਹਾ ਸੀ। ਮੇਰੇ ਅੰਦਰ ਸਾਰੀ ਹਿੰਮਤ ਖਤਮ ਹੋ ਗਈ ਸੀ। ਮੇਰਾ ਮੋਬਾਈਲ ਮੇਰੇ ਬੈਂਕ ਦੇ ਵਿੱਚ ਹੀ ਪਿਆ ਹੋਇਆ ਸੀ। ਮੈਂ ਜਾਣਦੀ ਸੀ ਕਿ ਮੇਰੇ ਫੋਨ ਤੇ ਮੇਰੇ ਆਫਿਸ ਦੇ ਵਿੱਚੋਂ ਬਹੁਤ ਸਾਰੇ ਫੋਨ ਆ ਰਹੇ ਹੋਣਗੇ
ਕਿਉਂਕਿ ਅੱਜ ਕਿਸੇ ਨੇ ਵੀ ਮੈਨੂੰ ਆਫਿਸ ਦੇ ਵਿੱਚ ਨਹੀਂ ਦੇਖਿਆ ਸੀ। ਲੋਕਾਂ ਨੂੰ ਇਹੀ ਲੱਗਿਆ ਹੋਵੇਗਾ ਕਿ ਮੈਂ ਆਫਿਸ ਦੇ ਵਿੱਚ ਆਈ ਹੀ ਨਹੀਂ ਹਾਂ। ਮੈਂ ਕਦੇ ਆਫਿਸ ਦੀ ਛੁੱਟੀ ਨਹੀਂ ਕਰਦੀ ਸੀ। ਮੈਂ ਆਪਣਾ ਮੋਬਾਈਲ ਵੀ ਸਵਿਚ ਆਫ ਕਰ ਲਿਆ ਸੀ। ਮੈਂ ਰੋਂਦੀ ਰੋਂਦੀ ਬੇਹੋਸ਼ ਹੋ ਗਈ ਸੀ। ਰਾਤ ਤੱਕ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਦੇਖਿਆ ਕਿ ਮੇਰੇ ਮਾਤਾ ਪਿਤਾ ਮੇਰੇ ਆਸੇ-ਪਾਸੇ ਬੈਠੇ ਹੋਏ ਸਨ। ਉਹਨਾਂ ਦੇ ਹੋਸ਼ ਉੱਡੇ ਹੋਏ ਸਨ। ਮੈਨੂੰ ਅੱਖ ਖੋਲਦੇ ਹੋਏ ਦੇਖ ਕੇ ਦੋਨੋਂ ਮੈਨੂੰ ਪੁੱਛਣ ਲੱਗੇ ਕਿ ਹੁਣ ਤੁਸੀਂ ਕਿਸ ਤਰ੍ਹਾਂ ਹੋ ਬੇਟਾ। ਮੈਂ ਉਹਨਾਂ ਨੂੰ ਤਸੱਲੀ ਦਿੱਤੀ ਕਿ ਮੈਂ ਬਿਲਕੁਲ ਠੀਕ ਹਾਂ। ਹਾਲਾਂਕਿ ਮੈਨੂੰ ਆਪਣਾ ਸਿਰ ਭਾਰੀ ਹੁੰਦਾ ਹੋਇਆ ਮਹਿਸੂਸ ਹੋ ਰਿਹਾ ਸੀ। ਤਾਂ ਮੇਰੀ ਮੰਮੀ ਨੇ ਮੈਨੂੰ ਦੱਸਿਆ ਕਿ ਤੁਹਾਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਸੀ, ਪਰ ਹੁਣ ਕੁਝ ਆਰਾਮ ਆਇਆ ਹੈ। ਉਹਨਾਂ ਨੇ ਮੈਨੂੰ ਖਾਣਾ ਖਵਾ ਕੇ ਦਵਾਈ ਦੇ ਦਿੱਤੀ ਸੀ। ਮੈਂ ਦੁਬਾਰਾ ਨਹੀਂ ਰੋਈ ਸੀ ਕਿਉਂਕਿ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਸੁੱਕ ਚੁੱਕੇ ਸਨ। ਮੇਰੇ ਦਿਲ ਦੇ ਵਿੱਚ ਨਫ਼ਰਤ ਪੈਦਾ ਹੋ ਗਈ ਸੀ। ਮੇਰੀਆਂ ਅੱਖਾਂ ਦੇ ਸਾਹਮਣੇ ਤੋਂ ਮੇਰੀ ਬੇਇੱਜ਼ਤੀ ਦਾ ਉਹ ਨਜ਼ਾਰਾ ਨਹੀਂ ਜਾ ਰਿਹਾ ਸੀ। ਮੈਨੂੰ ਜਦੋਂ ਆਪਣੀ ਬੇਵਸੀ ਯਾਦ ਆਉਂਦੀ ਤਾਂ ਮਨ ਕਰਦਾ ਕਿ ਮੈਂ ਉਹਨਾਂ ਦੋਨਾਂ ਨੂੰ ਜਾਨੋਂ ਮਾਰ ਦਿਆਂ। ਮੈਨੂੰ ਹੈਰਾਨੀ ਹੋ ਰਹੀ ਸੀ ਕਿ ਉਹ ਆਪ ਤਾਂ ਖੁਦ ਕੁਝ ਨਹੀਂ ਕਰ ਸਕਦੇ ਸਨ ਅਤੇ ਮੇਰੀ ਕਾਮਯਾਬੀ ਤੋਂ ਇੰਨਾ ਮੱਚ ਰਹੇ ਸਨ। ਸੱਚਮੁੱਚ ਇਨਸਾਨ ਦੂਜੇ ਦੀ ਕਾਮਯਾਬੀ ਤੋਂ ਬਹੁਤ ਮੱਚਦਾ ਹੈ। ਉਹ ਆਪਣਾ ਬਦਲਾ ਲੈ ਕੇ ਹੀ ਰਹਿੰਦਾ ਹੈ। ਜੇਕਰ ਅਸੀਂ ਦੂਜਿਆਂ ਦੇ ਨਾਲ ਜਲਨ ਨਾ ਰੱਖੀਏ ਅਤੇ ਆਪਣੇ ਆਪ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਕਾਮਯਾਬ ਹੋ ਸਕਦੇ ਹਾਂ। ਪਰ ਲੋਕ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਦੇ। ਉਹ ਸੋਚਦੇ ਹਨ ਕਿ ਅੱਗੇ ਵਾਲੇ ਇਨਸਾਨ ਨੂੰ ਪਿੱਛੇ ਧੱਕ ਕੇ ਖੁਦ ਅੱਗੇ ਵੱਧ ਸਕਦੇ ਹਨ, ਪਰ ਅਜਿਹਾ ਨਹੀਂ ਹੁੰਦਾ। ਉੱਪਰ ਵਾਲਾ ਸਭ ਕੁਝ ਦੇਖ ਰਿਹਾ ਹੈ। ਇਹ ਇੱਕ ਨਾ ਇੱਕ ਦਿਨ ਇਨਸਾਫ ਸਾਰਿਆਂ ਨਾਲ ਹੋਣਾ ਹੈ। ਮੇਰੇ ਦਿਲ ਦੇ ਵਿੱਚ ਇਹਨਾਂ ਦੋਨਾਂ ਦੇ ਲਈ ਬਦਲੇ ਦੀ ਅੱਗ ਭੜਕ ਰਹੀ ਸੀ। ਹਾਲਾਂਕਿ ਉਸ ਸਮੇਂ ਮੇਰੀ ਹਾਲਤ ਅਜਿਹੀ ਨਹੀਂ ਸੀ ਕਿ ਮੈਂ ਘਰ ਤੋਂ ਬਾਹਰ ਨਿਕਲਦੀ ਜਾਂ ਮੈਂ ਦੁਨੀਆ ਦਾ ਸਾਹਮਣਾ ਕਰਦੀ, ਪਰ ਮੈਂ ਸਿਰਫ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਦੇ ਲਈ ਮੈਂ ਉਹਨਾਂ ਦੋਨਾਂ ਨੂੰ ਇੱਕ ਵਾਰ ਦੁਬਾਰਾ ਮਿਲਣਾ ਚਾਹੁੰਦੀ ਸੀ। ਆਪਣੀ ਇੱਜ਼ਤ ਨੂੰ ਖਰਾਬ ਕਰਨ ਅਤੇ ਆਪਣੀ ਇੱਜ਼ਤ ਦਾ ਬਦਲਾ ਲੈਣ ਦਾ ਭੂਤ ਮੇਰੇ ਸਿਰ ਤੇ ਸਵਾਰ ਹੋ ਗਿਆ ਸੀ ਕਿ ਅਗਲੇ ਦਿਨ ਸਵੇਰੇ ਉੱਠ ਕੇ ਮੈਂ ਆਫਿਸ ਜਾਣ ਦੇ ਲਈ ਤਿਆਰ ਹੋਣ ਲੱਗੀ। ਮੇਰੀ ਮੰਮੀ ਨੇ ਜਦੋਂ ਮੈਨੂੰ ਤਿਆਰ ਹੁੰਦੇ ਦੇਖਿਆ ਤਾਂ ਕਹਿਣ ਲੱਗੀ ਕਿ ਤੁਹਾਡੀ ਸਿਹਤ ਠੀਕ ਨਹੀਂ ਹੈ ਬੇਟਾ, ਤੁਸੀਂ ਕਿੱਥੇ ਜਾ ਰਹੇ ਹੋ। ਮੈਂ ਸੋਚਿਆ ਕਿ ਅੱਜ ਤੁਸੀਂ ਛੁੱਟੀ ਕਰੋਗੇ। ਮੈਂ ਕਿਹਾ ਇਸ ਤਰ੍ਹਾਂ ਸੰਭਵ ਨਹੀਂ ਹੈ। ਮੈਨੂੰ ਇੱਕ ਬਹੁਤ ਜ਼ਰੂਰੀ ਪ੍ਰੋਜੈਕਟ ਮਿਲਿਆ ਹੈ ਜਿਸ ਤੇ ਮੈਂ ਕੰਮ ਕਰਨਾ ਹੈ ਅਤੇ ਇਸ ਪ੍ਰੋਜੈਕਟ ਤੇ ਕੰਮ ਕਰਨਾ ਮੇਰੇ ਲਈ ਬਹੁਤ ਜ਼ਰੂਰੀ ਹੈ। ਮੇਰੇ ਚਿਹਰੇ ਤੇ ਪਰੇਸ਼ਾਨੀ ਦੇਖ ਕੇ ਮੇਰੀ ਮੰਮੀ ਪਰੇਸ਼ਾਨ ਹੋ ਗਈ ਸੀ। ਉਹ ਕਹਿਣ ਲੱਗੀ ਕਿ ਤੁਸੀਂ ਅਜੇ ਠੀਕ ਨਹੀਂ ਹੋ, ਅੱਜ ਤੁਸੀਂ ਆਫਿਸ ਨਾ ਜਾਓ। ਉਹਨਾਂ ਨੂੰ ਡਰ ਸੀ ਕਿ ਜੇਕਰ ਮੈਂ ਫਿਰ ਤੋਂ ਬੇਹੋਸ਼ ਹੋ ਗਈ ਤਾਂ ਕੀ ਹੋਵੇਗਾ। ਮੈਂ ਕਿਹਾ ਕਿ ਤੁਸੀਂ ਪਰੇਸ਼ਾਨ ਨਾ ਹੋ, ਮੈਂ ਬਿਲਕੁਲ ਠੀਕ ਹਾਂ। ਜੇਕਰ ਮੇਰੀ ਸਿਹਤ ਖਰਾਬ ਹੁੰਦੀ ਹੋਈ ਮਹਿਸੂਸ ਹੋਈ ਤਾਂ ਮੈਂ ਘਰ ਵਾਪਸ ਆ ਜਾਵਾਂਗੀ। ਵੈਸੇ ਤਾਂ ਮੈਂ ਵੀ ਆਰਾਮ ਕਰਨਾ ਚਾਹੁੰਦੀ ਸੀ ਕਿਉਂਕਿ ਮੇਰੀ ਸਿਹਤ ਸੱਚਮੁੱਚ ਠੀਕ ਨਹੀਂ ਸੀ। ਮੇਰੇ ਅੰਦਰ ਹਿੰਮਤ ਨਹੀਂ ਸੀ ਕਿ ਮੈਂ ਘਰੋਂ ਬਾਹਰ ਨਿਕਲ ਸਕਦੀ, ਪਰ ਮੈਂ ਉਹਨਾਂ ਦੋਨਾਂ ਲੜਕਿਆਂ ਨੂੰ ਸਬਕ ਸਿਖਾ ਕੇ ਹੀ ਸਕੂਨ ਦੇ ਨਾਲ ਬੈਠ ਸਕਦੀ ਸੀ। ਮੈਂ ਆਪਣੀ ਮੰਮੀ ਦੀਆਂ ਨਜ਼ਰਾਂ ਤੋਂ ਛੁਪ ਕੇ ਆਪਣੇ ਬੈਗ ਦੇ ਵਿੱਚ ਉਹ ਸਮਾਨ ਪਾ ਲਿਆ ਸੀ ਜਿਸ ਦੀ ਮੈਨੂੰ ਸਖਤ ਜ਼ਰੂਰਤ ਪੈਣ ਵਾਲੀ ਸੀ। ਮੇਰੀ ਮੰਮੀ ਦਾ ਧਿਆਨ ਮੇਰੇ ਤੇ ਨਹੀਂ ਸੀ। ਉਹਨਾਂ ਨੂੰ ਬਿਲਕੁਲ ਵੀ ਆਈਡੀਆ ਨਹੀਂ ਹੋਇਆ ਸੀ ਕਿ ਮੈਂ ਕੀ ਕਰਨ ਵਾਲੀ ਸੀ। ਮੈਂ ਆਪਣਾ ਬੈਗ ਲੈ ਕੇ ਉੱਥੋਂ ਨਿਕਲ ਆਈ ਸੀ। ਮੈਂ ਨਾਸ਼ਤਾ ਵੀ ਨਹੀਂ ਕੀਤਾ ਸੀ। ਮੈਨੂੰ ਤਾਂ ਕਿਸੇ ਵੀ ਤਰ੍ਹਾਂ ਆਫਿਸ ਦੀ ਲਿਫਟ ਦੇ ਵਿੱਚ ਪਹੁੰਚਣ ਦੀ ਜਲਦੀ ਸੀ। ਮੈਂ ਇੱਕ ਕਮਜ਼ੋਰ ਲੜਕੀ ਸੀ, ਪਰ ਆਪਣੇ ਨਾਲ ਹੋਈ ਇਸ ਹਰਕਤ ਨੂੰ ਭੁਲਾਉਣਾ ਮੇਰੇ ਲਈ ਮੁਸ਼ਕਲ ਸੀ। ਮੈਂ ਬਾਕੀ ਲੜਕੀਆਂ ਦੀ ਤਰ੍ਹਾਂ ਜ਼ੁਲਮ ਝੱਲਣਾ ਨਹੀਂ ਜਾਣਦੀ ਸੀ। ਮੈਂ ਸੁਸ਼ੀਲ ਅਤੇ ਵਿਕਾਸ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਕਿ ਉਹ ਮੇਰੇ ਨਾਲ ਕਿੱਡੀ ਵੱਡੀ ਗਲਤੀ ਕਰ ਚੁੱਕੇ ਹਨ ਤੇ ਅੱਗੇ ਉਹ ਮੇਰੇ ਵਰਗੀ ਕਿਸੇ ਕਾਮਯਾਬ ਲੜਕੀ ਤੋਂ ਨਾ ਮੱਚਣ। ਮੈਂ ਇਸ ਕੰਮ ਤੋਂ ਉਹਨਾਂ ਨੂੰ ਰੋਕਣਾ ਚਾਹੁੰਦੀ ਸੀ। ਮੈਂ ਜਲਦੀ ਆਫਿਸ ਦੇ ਵਿੱਚ ਪਹੁੰਚ ਗਈ ਸੀ। ਹਾਲਾਂਕਿ ਇੱਕ ਦਿਨ ਪਹਿਲਾਂ ਜੋ ਮੇਰੇ ਨਾਲ ਜ਼ੁਲਮ ਹੋਇਆ ਸੀ ਉਸ ਦੇ ਕਾਰਨ ਅੱਜ ਲਿਫਟ ਦੇ ਵੱਲ ਵਧਦੇ ਹੋਏ ਮੇਰੇ ਪੈਰ ਕੰਬ ਰਹੇ ਸਨ, ਪਰ ਮੈਂ ਹਿੰਮਤ ਕਰਕੇ ਇਸ ਲਿਫਟ ਦੇ ਵਿੱਚ ਦਾਖਲ ਹੋਈ। ਉਹ ਦੋਵੇਂ ਅਜੇ ਤੱਕ ਲਿਫਟ ਦੇ ਵਿੱਚ ਨਹੀਂ ਪਹੁੰਚੇ ਸਨ। ਮੈਨੂੰ ਲੱਗਿਆ ਕਿ ਸ਼ਾਇਦ ਅੱਜ ਉਹ ਆਫਿਸ ਨਹੀਂ ਆਉਣਗੇ। ਜੋ ਜੁਰਮ ਉਹ ਕਰ ਚੁੱਕੇ ਸਨ ਸ਼ਾਇਦ ਉਹ ਉਸ ਤੇ ਸ਼ਰਮਿੰਦਾ ਹੋਣਗੇ, ਪਰ ਫਿਰ ਉਹ ਦੋਵੇਂ ਸਾਹਮਣੇ ਤੋਂ ਹੱਸਦੇ ਹੋਏ ਲਿਫਟ ਦੇ ਅੰਦਰ ਦਾਖਲ ਹੋਏ ਸਨ। ਉਹਨਾਂ ਦੇ ਚਿਹਰੇ ਤੇ ਕੋਈ ਡਰ ਅਤੇ ਪਛਤਾਵਾ ਨਹੀਂ ਸੀ। ਮੈਂ ਲਗਾਤਾਰ ਉਹਨਾਂ ਦੇ ਵੱਲ ਹੀ ਦੇਖ ਰਹੀ ਸੀ। ਅੱਜ ਮੈਂ ਆਪਣਾ ਧਿਆਨ ਕਿਸੇ ਵੀ ਫਾਈਲ ਦੇ ਵਿੱਚ ਨਹੀਂ ਲਗਾਇਆ ਸੀ। ਜਦੋਂ ਉਹਨਾਂ ਦੋਨਾਂ ਨੇ ਮੈਨੂੰ ਲਿਫਟ ਦੇ ਵਿੱਚ ਖੜਾ ਦੇਖਿਆ ਤਾਂ ਇੱਕ ਮਿੰਟ ਦੇ ਲਈ ਉਹ ਵੀ ਡਰ ਗਏ ਸਨ। ਪਹਿਲਾਂ ਤਾਂ ਉਹਨਾਂ ਦੇ ਚਿਹਰੇ ਤੇ ਪਰੇਸ਼ਾਨੀ ਦਿਖੀ ਸੀ, ਪਰ ਜਿਵੇਂ ਹੀ ਮੈਂ ਰੋਜ਼ ਦੀ ਤਰ੍ਹਾਂ ਆਪਣੀ ਫਾਈਲ ਖੋਲੀ ਅਤੇ ਆਪਣਾ ਧਿਆਨ ਉਸ ਦੇ ਵਿੱਚ ਲਗਾ ਲਿਆ ਤਾਂ ਉਹ ਦੋਨੇ ਬੇਫਿਕਰ ਹੋ ਗਏ ਸਨ। ਉਹ ਆਪਸ ਦੇ ਵਿੱਚ ਗੱਲਾਂ ਕਰ ਰਹੇ ਸਨ ਕਿ ਲੱਗਦਾ ਹੈ ਕਿ ਅਜੇ ਤੱਕ ਮੈਡਮ ਦੀ ਚਰਬੀ ਨਹੀਂ ਉਤਰੀ ਹੈ। ਸਾਨੂੰ ਤਾਂ ਲੱਗਿਆ ਸੀ ਕਿ ਅੱਜ ਤੋਂ ਬਾਅਦ ਮਿਸ ਪ੍ਰੀਤੀ ਆਫਿਸ ਦੇ ਵਿੱਚ ਨਹੀਂ ਆਵੇਗੀ, ਪਰ ਇਹਨਾਂ ਦਾ ਤਾਂ ਕੰਮ ਤੇ ਬਹੁਤ ਹੀ ਜ਼ਿਆਦਾ ਧਿਆਨ ਹੈ। ਲੱਗਦਾ ਹੈ ਕਿ ਅੱਜ ਫਿਰ ਤੋਂ ਮਿਸ ਪ੍ਰੀਤੀ ਹੀ ਸਾਡੇ ਹੱਥਾਂ ਤੋਂ ਆਪਣੀ ਇੱਜ਼ਤ ਖਰਾਬ
ਕਰਨ ਦੇ ਲਈ ਚਲੀ ਆਈ ਹੈ। ਪਰ ਅੱਜ ਲਿਫਟ ਖਰਾਬ ਨਹੀਂ ਹੈ, ਅੱਜ ਤਾਂ ਲਿਫਟ ਠੀਕ ਹੋ ਗਈ ਹੈ। ਤਾਂ ਦੂਜਾ ਲੜਕਾ ਵਿਕਾਸ ਕਹਿਣ ਲੱਗਿਆ ਕਿ ਨਹੀਂ ਨਹੀਂ, ਇਸ ਤਰ੍ਹਾਂ ਲੱਗਦਾ ਹੈ ਕਿ ਮਿਸ ਪ੍ਰੀਤੀ ਨੇ ਆਪਣੇ ਹਥਿਆਰ ਸਿੱਟ ਦਿੱਤੇ ਹਨ। ਸ਼ਾਇਦ ਉਹ ਇਹ ਪ੍ਰੋਜੈਕਟ ਸਾਡੇ ਲਈ ਛੱਡਣਾ ਚਾਹੁੰਦੀ ਹੋਵੇ ਅਤੇ ਆਪਣੀ ਸ਼ਰਮਿੰਦਗੀ ਨੂੰ ਖਤਮ ਕਰਨ ਦੇ ਲਈ ਦੁਬਾਰਾ ਤੋਂ ਆਫਿਸ ਆ ਗਈ ਹੋਵੇ। ਇਹ ਕਹਿ ਕੇ ਉਹ ਦੋਵੇਂ ਜ਼ੋਰ-ਜ਼ੋਰ ਦੀ ਹੱਸ ਰਹੇ ਸਨ, ਪਰ ਮੈਂ ਉਹਨਾਂ ਦੀਆਂ ਗੱਲਾਂ ਤੇ ਕੋਈ ਧਿਆਨ ਨਹੀਂ ਦੇ ਰਹੀ ਸੀ। ਹੁਣ ਲਿਫਟ ਚੌਥੇ ਫਲੋਰ ਤੇ ਆ ਕੇ ਰੁਕ ਗਈ ਸੀ। ਜਦੋਂ ਮੈਂ ਦੁਬਾਰਾ ਤੋਂ ਲਿਫਟ ਦਾ ਬਟਨ ਦਬਾ ਕੇ ਉਸ ਨੂੰ ਹੇਠਾਂ ਕਰ ਦਿੱਤਾ ਤਾਂ ਲਿਫਟ ਹੇਠਾਂ ਜਾਣ ਲੱਗੀ ਤਾਂ ਉਹ ਦੋਵੇਂ ਕਹਿਣ ਲੱਗੇ ਕਿ ਤੁਸੀਂ ਇਹ ਕੀ ਕਰ ਰਹੇ ਹੋ। ਪਰ ਫਿਰ ਲਿਫਟ ਝੱਟ ਉੱਪਰ ਦੇ ਵੱਲ ਆ ਗਈ ਸੀ ਤਾਂ ਫਿਰ ਮੈਂ ਝੱਟ ਲਿਫਟ ਦਾ ਬਟਨ ਦੱਬ ਕੇ ਲਿਫਟ ਨੂੰ ਹੇਠਾਂ ਦੇ ਵੱਲ ਲੈ ਗਈ। ਉਹ ਕਹਿਣ ਲੱਗੇ ਕਿ ਕੀ ਤੁਸੀਂ ਪਾਗਲ ਹੋ ਗਏ ਹੋ, ਅਸੀਂ ਆਪਣੇ ਕੈਬਨ ਦੇ ਵੱਲ ਉਤਰਨਾ ਹੈ। ਮੈਂ ਉਹਨਾਂ ਦੇ ਵੱਲ ਵੱਧਦੇ ਹੋਏ ਕਿਹਾ ਕਿ ਤੁਹਾਨੂੰ ਇੰਨੀ ਵੀ ਕੀ ਜਲਦੀ ਹੈ, ਅੱਜ ਲਿਫਟ ਖਰਾਬ ਨਹੀਂ ਹੈ। ਠੀਕ ਹੈ, ਅੱਜ ਸਾਡੇ ਵਿਚਕਾਰ ਆਪਸ ਦੇ ਵਿੱਚ ਗੱਲਾਂ ਨਹੀਂ ਹੋ ਸਕਣਗੀਆਂ। ਜੇਕਰ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਹਨ, ਤੁਹਾਨੂੰ ਆਪਣਾ ਦੋਸਤ ਬਣਾਉਣਾ ਹੈ। ਜੋ ਗੱਲਾਂ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ ਉਹ ਆਫਿਸ ਦੇ ਸਾਰੇ ਲੋਕਾਂ ਦੇ ਸਾਹਮਣੇ ਤਾਂ ਨਹੀਂ ਕਰ ਸਕਦੀ ਨਾ। ਲਿਫਟ ਜਦੋਂ ਹੇਠਾਂ ਆਉਂਦੀ ਤਾਂ ਮੈਂ ਉਸ ਨੂੰ ਉੱਪਰ ਲੈ ਜਾਂਦੀ ਸੀ ਅਤੇ ਜਦੋਂ ਲਿਫਟ ਉੱਪਰ ਜਾਂਦੀ ਤਾਂ ਮੈਂ ਉਸ ਨੂੰ ਬਟਨ ਦਬਾ ਕੇ ਹੇਠਾਂ ਲੈ ਆਉਂਦੀ ਸੀ। ਬਾਰ-ਬਾਰ ਮੈਂ ਇਹੀ ਕਰ ਰਹੀ ਸੀ ਅਤੇ ਉਹਨਾਂ ਦੇ ਨਾਲ ਗੱਲਾਂ ਕਰ ਰਹੀ ਸੀ। ਮੈਂ ਉਹਨਾਂ ਦੋਨਾਂ ਨੂੰ ਕਿਹਾ ਸੀ ਕਿ ਤੁਹਾਡੇ ਦੋਨਾਂ ਦੇ ਨਾਲ ਦੋਸਤੀ ਕਰਨਾ ਚਾਹੁੰਦੀ ਹਾਂ। ਮੈਨੂੰ ਤੁਹਾਡੀ ਉਸ ਦਿਨ ਵਾਲੀ ਹਰਕਤ ਪਸੰਦ ਆਈ ਸੀ। ਇਸ ਤਰ੍ਹਾਂ ਵੀ ਹੋ ਸਕਦਾ ਹੈ ਨਾ ਕਿ ਤੁਸੀਂ ਮੇਰੇ ਨਾਲ ਟਾਈਮ ਪਾਸ ਕਰ ਲਓ। ਮੇਰੀ ਗੱਲ ਸੁਣ ਕੇ ਉਹ ਦੋਵੇਂ ਖੁਸ਼ ਹੋ ਗਏ ਸਨ। ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਚਮਕ ਆ ਗਈ ਸੀ। ਰਹੀ ਮੇਰੀ ਕਾਮਯਾਬੀ ਦੀ ਗੱਲ, ਉਹ ਮੈਂ ਤੁਹਾਡੇ ਦੋਵਾਂ ਦੇ ਲਈ ਛੱਡ ਦਿਆਂਗੀ। ਹੁਣ ਮੈਂ ਕੀ ਕਰਾਂ, ਮੇਰੀ ਇੱਜ਼ਤ ਤੁਸੀਂ ਦੋਵੇਂ ਖਰਾਬ ਕਰ ਚੁੱਕੇ ਹੋ। ਜੇਕਰ ਤੁਸੀਂ ਉਸ ਦਿਨ ਵਾਲੀ ਹਰਕਤ ਦੀ ਗੱਲ ਸਭ ਨੂੰ ਦੱਸ ਦਿੱਤੀ ਤਾਂ ਮੇਰੀ ਆਫਿਸ ਦੇ ਵਿੱਚ ਬਹੁਤ ਬਦਨਾਮੀ ਹੋਵੇਗੀ। ਇਸ ਕਰਕੇ ਮੈਂ ਖੁਦ ਹੀ ਬੌਸ ਨੂੰ ਕਹਿ ਕੇ ਉਹ ਪ੍ਰੋਜੈਕਟ ਤੁਹਾਨੂੰ ਦਵਾ ਦਿਆਂਗੀ। ਮੇਰੀ ਗੱਲ ਸੁਣ ਕੇ ਉਹ ਖੁਸ਼ ਹੋ ਗਏ ਸਨ। ਉਹ ਕਹਿਣ ਲੱਗੇ ਕਿ ਸਾਨੂੰ ਤੁਹਾਡੇ ਤੋਂ ਉਮੀਦ ਨਹੀਂ ਸੀ ਕਿ ਤੁਸੀਂ ਇੰਨੀ ਜਲਦੀ ਮੰਨ ਜਾਓਗੇ। ਸਾਨੂੰ ਤਾਂ ਲੱਗਿਆ ਸੀ ਕਿ ਤੁਸੀਂ ਹੁਣ ਆਫਿਸ ਨਹੀਂ ਆਓਗੇ। ਨਾਰਮਲ ਹੀ ਲੜਕੀਆਂ ਆਪਣੀ ਇੱਜ਼ਤ ਖਰਾਬ ਹੋਣ ਤੋਂ ਬਾਅਦ ਘਰ ਦੇ ਵਿੱਚ ਮੂੰਹ ਲੁਕੋ ਕੇ ਬੈਠ ਜਾਂਦੀਆਂ ਹਨ। ਉਹ ਲੋਕ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ, ਮੈਂ ਉਹਨਾਂ ਨੂੰ ਟੋਕਿਆ ਨਹੀਂ ਸੀ। ਮੈਂ ਹੌਲੀ-ਹੌਲੀ ਉਹਨਾਂ ਦੇ ਨੇੜੇ ਗਈ। ਮੈਂ ਜਾਣਦੀ ਸੀ ਕਿ ਜੋ ਇੱਕ ਵਾਰ ਉਹ ਗਲਤੀ ਮੇਰੇ ਨਾਲ ਕਰ ਚੁੱਕੇ ਹਨ, ਮੌਕਾ ਮਿਲਣ ਤੇ ਦੁਬਾਰਾ ਵੀ ਕਰ ਸਕਦੇ ਹਨ। ਮੇਰਾ ਖਿਆਲ ਬਿਲਕੁਲ ਠੀਕ ਸੀ। ਉਹ ਦੋਨੇ ਮੇਰੇ ਨੇੜੇ ਹੋ ਕੇ ਖੜੇ ਹੋ ਗਏ ਸਨ। ਬਾਰ-ਬਾਰ ਲਿਫਟ ਉੱਪਰ ਨੀਚੇ ਜਾ ਰਹੀ ਸੀ। ਮੈਂ ਆਪਣਾ ਬੈਗ ਇੱਕ ਪਾਸੇ ਰੱਖ ਦਿੱਤਾ ਸੀ। ਹੁਣ ਉਹ ਲਿਫਟ ਦੇ ਬਟਨ ਨੂੰ ਬਾਰ-ਬਾਰ ਦਬਦੇ ਅਤੇ ਇਸ ਕੰਮ ਦੇ ਵਿੱਚ ਉਹ ਬਿਜੀ ਹੋ ਗਏ ਸਨ। ਉਹ ਲਿਫਟ ਖੁੱਲ੍ਹਣ ਨਹੀਂ ਦੇ ਰਹੇ ਸਨ। ਉਹ ਮੇਰੇ ਨੇੜੇ ਆ ਕੇ ਫਿਰ ਤੋਂ ਉਹੀ ਹਰਕਤ ਦੁਹਰਾਉਣ ਲੱਗੇ। ਅੱਜ ਮੈਂ ਉਹਨਾਂ ਤੋਂ ਆਪਣੀ ਬੇਇੱਜ਼ਤੀ ਦਾ ਅਜਿਹਾ ਬਦਲਾ ਲੈਣ ਆਈ ਸੀ ਜੋ ਇਹਨਾਂ ਲੜਕਿਆਂ ਨੂੰ ਸਾਰੀ ਜ਼ਿੰਦਗੀ ਯਾਦ ਰਹਿਣ ਵਾਲਾ ਸੀ। ਜਦੋਂ ਇਹਨਾਂ ਦੋਨਾਂ ਨੇ ਦੂਜੀ ਵਾਰ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਠੀਕ ਉਸੇ ਸਮੇਂ ਹੀ ਮੈਂ ਆਪਣੇ ਬੈਗ ਦੇ ਵਿੱਚੋਂ ਉਹ ਚੀਜ਼ ਕੱਢੀ ਜੋ ਮੈਂ ਘਰ ਤੋਂ ਲੈ ਕੇ ਆਈ ਸੀ। ਉਹ ਦੋਵੇਂ ਨਾਸਮਝੀ ਦੇ ਨਾਲ ਮੈਨੂੰ ਇਸ ਤਰ੍ਹਾਂ ਦੇਖਣ ਲੱਗੇ ਜਿਵੇਂ ਉਹ ਮੇਰੀ ਹਰਕਤ ਨੂੰ ਸਮਝੇ ਹੀ ਨਾ ਹੋਣ। ਮੇਰੀ ਅਗਲੀ ਹਰਕਤ ਨੇ ਉਹਨਾਂ ਦੀਆਂ ਚੀਕਾਂ ਲਿਫਟ ਦੇ ਵਿੱਚ ਹੀ ਬੰਦ ਕਰ ਦਿੱਤੀਆਂ ਸਨ। ਮੈਂ ਜਲਦੀ ਨਾਲ ਆਪਣੇ ਫਲੋਰ ਵਾਲਾ ਬਟਨ ਦੱਬ ਦਿੱਤਾ। ਉਹ ਦੋਵੇਂ ਬਾਰ-ਬਾਰ ਆਪਣੇ ਸਰੀਰ ਨੂੰ ਛੂੰਹਦੇ ਤੇ ਚੀਕਦੇ ਤੇ ਚੀਕ ਕੇ ਬੇਹਾਲ ਹੋ ਰਹੇ ਸਨ। ਲਿਫਟ ਖੁੱਲੀ ਤਾਂ ਮੈਂ ਉੱਥੋਂ ਜਲਦੀ ਨਾਲ ਨਿਕਲ ਗਈ ਸੀ। ਉਹ ਬਿਲਕੁਲ ਇੱਕ ਦਿਨ ਪਹਿਲਾਂ ਵਾਲਾ ਨਜ਼ਾਰਾ ਸੀ। ਫਰਕ ਸਿਰਫ ਇੰਨਾ ਸੀ ਕਿ ਉਸ ਦਿਨ ਮੈਂ ਲਿਫਟ ਦੇ ਵਿੱਚ ਤੜਫ ਰਹੀ ਸੀ ਅਤੇ ਅੱਜ ਉਹ ਦੋਵੇਂ ਇਸ ਲਿਫਟ ਦੇ ਵਿੱਚ ਤੜਫ ਰਹੇ ਸਨ ਅਤੇ ਮੈਂ ਚੁੱਪਚਾਪ ਉੱਥੋਂ ਭੱਜ ਗਈ। ਫੜੀ ਜਾਣ ਦੇ ਡਰ ਤੋਂ ਮੇਰੇ ਚਿਹਰੇ ਦਾ ਰੰਗ ਉੱਡਿਆ ਹੋਇਆ ਸੀ। ਮੈਂ ਲਿਫਟ ਗਰਾਊਂਡ ਫਲੋਰ ਤੇ ਰੋਕ ਦਿੱਤੀ ਸੀ ਅਤੇ ਮੈਂ ਉੱਥੋਂ ਨਿਕਲ ਕੇ ਡਾਇਰੈਕਟ ਆਪਣੇ ਘਰ ਆ ਗਈ ਸੀ ਅਤੇ ਅੱਜ ਵੀ ਕਿਸੇ ਨੂੰ ਪਤਾ ਨਹੀਂ ਲੱਗਿਆ ਸੀ ਕਿ ਅੱਜ ਮੈਂ ਆਫਿਸ ਆਈ ਹਾਂ। 2-3 ਦਿਨਾਂ ਤੱਕ ਮੈਂ ਆਪਣੇ ਘਰ ਹੀ ਰਹੀ ਸੀ। ਮੈਂ ਆਪਣਾ ਮੋਬਾਈਲ ਵੀ ਔਨ ਨਹੀਂ ਕੀਤਾ ਸੀ, ਪਰ ਜਦੋਂ ਪੂਰੇ 1 ਹਫ਼ਤੇ ਬਾਅਦ ਮੈਂ ਆਪਣਾ ਮੋਬਾਈਲ ਔਨ ਕੀਤਾ ਤਾਂ ਮੋਬਾਈਲ ਔਨ ਕਰਨ ਦੇ 2-3 ਘੰਟੇ ਬਾਅਦ ਹੀ ਮੇਰੇ ਫੋਨ ਤੇ ਬੌਸ ਦੀ ਕਾਲ ਆਈ ਸੀ। ਉਹਨਾਂ ਨੇ ਮੈਨੂੰ ਬਹੁਤ ਝਿੜਕਿਆ ਸੀ ਕਿ ਤੁਸੀਂ ਇੰਨੇ ਦਿਨਾਂ ਤੋਂ ਕਿੱਥੇ ਹੋ। ਤੁਹਾਨੂੰ ਯਾਦ ਹੈ ਨਾ ਕਿ ਤੁਹਾਨੂੰ ਕਿੰਨਾ ਇੰਪੋਰਟੈਂਟ ਪ੍ਰੋਜੈਕਟ ਦਿੱਤਾ ਹੈ, ਤੁਸੀਂ ਉਸ ਤੇ ਕੰਮ ਵੀ ਕਰ ਰਹੇ ਹੋ ਜਾਂ ਨਹੀਂ। ਦੇਖੋ ਮਿਸ ਪ੍ਰੀਤੀ, ਤੁਹਾਡੇ ਕਾਰਨ ਸਾਡੀ ਕੰਪਨੀ ਦੀ ਰੈਪੂਟੇਸ਼ਨ ਖਰਾਬ ਨਹੀਂ ਹੋਣੀ ਚਾਹੀਦੀ। ਅਸੀਂ ਬਹੁਤ ਭਰੋਸਾ ਕਰਕੇ ਤੁਹਾਨੂੰ ਇਹ ਪ੍ਰੋਜੈਕਟ ਦਿੱਤਾ ਹੈ। ਬੌਸ ਦਾ ਥੋੜਾ ਬਹੁਤਾ ਝਿੜਕਣਾ ਤਾਂ ਬਣਦਾ ਸੀ। ਇਸ ਕਰਕੇ ਮੈਂ ਚੁੱਪਚਾਪ ਉਹਨਾਂ ਦੀਆਂ ਕਹੀਆਂ ਹੋਈਆਂ ਸਾਰੀਆਂ ਗੱਲਾਂ ਸੁਣਦੀ ਰਹੀ ਅਤੇ ਅਗਲੇ ਹੀ ਦਿਨ ਮੈਂ ਆਫਿਸ ਜੁਆਇਨ ਕਰ ਲਿਆ ਸੀ। ਜਦੋਂ ਮੈਂ ਆਪਣੇ ਆਫਿਸ ਗਈ ਤਾਂ ਮੈਨੂੰ ਪਤਾ ਲੱਗਿਆ ਕਿ ਇਸ ਕੰਪਨੀ ਦੇ ਜੂਨੀਅਰ ਇੰਪਲਾਈ ਵਿਕਾਸ ਅਤੇ ਸੁਨੀਲ ਪਿਛਲੇ 1 ਹਫ਼ਤੇ ਤੋਂ ਗਾਇਬ ਹਨ। ਪਤਾ ਨਹੀਂ ਉਹ ਦੋਵੇਂ ਕਿੱਥੇ ਚਲੇ
ਚਲੇ ਗਏ। ਅਜੇ ਤੱਕ ਉਹ ਦੋਵੇਂ ਆਫਿਸ ਨਹੀਂ ਆਏ ਹਨ। ਇਹ ਖਬਰ ਸੁਣ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹੋਈ ਸੀ, ਕਿਉਂਕਿ ਮੈਂ ਸਮਝ ਗਈ ਸੀ ਕਿ ਹੁਣ ਉਹ ਦੋਵੇਂ ਇੱਥੇ ਵਾਪਸ ਆ ਵੀ ਨਹੀਂ ਸਕਦੇ। ਮੈਂ ਉਹਨਾਂ ਦੇ ਨਾਲ ਕੁਝ ਕੀਤਾ ਹੀ ਅਜਿਹਾ ਸੀ। ਅਸਲ ਦੇ ਵਿੱਚ ਜਦੋਂ ਲਿਫਟ ਦੇ ਵਿੱਚ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਮੈਂ ਝੱਟ ਆਪਣੇ ਬੈਗ ਦੇ ਵਿੱਚੋਂ ਤੇਜ਼ਾਬ ਦੀ ਬੋਤਲ ਕੱਢੀ ਅਤੇ ਉਹਨਾਂ ਦੋਨਾਂ ਦੇ ਸਰੀਰ ਦੇ ਹੇਠਾਂ ਵਾਲੇ ਹਿੱਸੇ ਤੇ ਪਾ ਦਿੱਤੀ ਸੀ, ਤਾਂ ਉਹਨਾਂ ਦੋਨਾਂ ਦਾ ਹੇਠਾਂ ਵਾਲਾ ਸਰੀਰ ਬਿਲਕੁਲ ਬੇਕਾਰ ਹੋ ਗਿਆ ਸੀ। ਹੁਣ ਉਹ ਮੇਰੀ ਇੱਜ਼ਤ ਕੀ ਬਲਕਿ ਕਿਸੇ ਦੀ ਵੀ ਇੱਜ਼ਤ ਖਰਾਬ ਕਰਨ ਦੇ ਕਾਬਿਲ ਨਹੀਂ ਰਹੇ, ਅਤੇ ਇਸੇ ਬਦਨਾਮੀ ਦੇ ਡਰ ਦੇ ਕਾਰਨ ਕਿ ਕਿਸੇ ਨੂੰ ਆਫਿਸ ਦੇ ਵਿੱਚ ਇਹ ਗੱਲ ਪਤਾ ਨਾ ਲੱਗ ਜਾਵੇ ਕਿ ਉਹਨਾਂ ਦੇ ਹੇਠਲੇ ਸਰੀਰ ਤੇ ਕਿਸੇ ਨੇ ਤੇਜ਼ਾਬ ਪਾ ਦਿੱਤਾ ਹੈ, ਤਾਂ ਉਹ ਦੋਵੇਂ ਉੱਥੋਂ ਬਚਦੇ ਬਚਾਉਂਦੇ ਬਹੁਤ ਮੁਸ਼ਕਲ ਦੇ ਨਾਲ ਨਿਕਲ ਗਏ ਸਨ ਅਤੇ ਫਿਰ ਉਹ ਕਦੇ ਆਫਿਸ ਦੇ ਵਿੱਚ ਹੀ ਨਾ ਆ ਸਕੇ। ਮੈਂ ਬਹੁਤ ਖੁਸ਼ ਹੋਈ ਸੀ ਕਿ ਮੈਂ ਉਹਨਾਂ ਦੋਨਾਂ ਤੋਂ ਆਪਣਾ ਬਦਲਾ ਲੈ ਲਿਆ ਸੀ। ਉਹ ਦੋਵੇਂ ਚਾਹੁੰਦੇ ਸਨ ਕਿ ਮੈਂ ਆਪਣੀ ਇੱਜ਼ਤ ਖਰਾਬ ਹੋਣ ਦੇ ਡਰ ਦੇ ਕਾਰਨ ਘਰ ਦੇ ਵਿੱਚ ਹੀ ਬੈਠ ਜਾਵਾਂ, ਪਰ ਮੈਂ ਅਤੀ ਲੜਕੀ ਨਹੀਂ ਸੀ। ਉਹਨਾਂ ਦੋਨਾਂ ਨੇ ਜਿਵੇਂ ਮੇਰੇ ਨਾਲ ਕਰਨ ਦਾ ਸੋਚਿਆ, ਮੈਂ ਉਹਨਾਂ ਦੇ ਨਾਲ ਉਸ ਤਰ੍ਹਾਂ ਹੀ ਕੀਤਾ ਸੀ। ਹੁਣ ਉਹ ਸਾਰੀ ਜ਼ਿੰਦਗੀ ਪਿਤਾ ਨਹੀਂ ਬਣ ਸਕਣਗੇ ਅਤੇ ਨਾ ਹੀ ਉਹਨਾਂ ਦਾ ਵਿਆਹ ਹੋ ਸਕੇਗਾ। ਆਫਿਸ ਦੇ ਵਿੱਚ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਕਿ ਉਹ ਦੋਵੇਂ ਕਿੱਥੇ ਗਏ ਹਨ, ਉਹਨਾਂ ਦੇ ਨਾਲ ਕੀ ਹੋਇਆ, ਕਿਉਂਕਿ ਉਹਨਾਂ ਦੋਨਾਂ ਨੇ ਵੀ ਆਪਣੇ ਮੋਬਾਈਲ ਸਵਿਚ ਆਫ ਕਰ ਲਏ ਸਨ। ਅਤੇ ਫਿਰ ਉਸ ਦਿਨ ਤੋਂ ਬਾਅਦ ਮੈਂ ਬਹੁਤ ਸਾਵਧਾਨ ਰਹਿਣ ਲੱਗੀ ਸੀ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਉਹਨਾਂ ਦੋਨਾਂ ਦੀ ਤਰ੍ਹਾਂ ਕਿਸੇ ਹੋਰ ਦੇ ਨਾਲ ਵੀ ਮੇਰਾ ਸਾਹਮਣਾ ਹੋਵੇ। ਅਤੇ ਫਿਰ ਪੂਰੇ 3 ਸਾਲ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਮੈਂ ਉਹ ਪ੍ਰੋਜੈਕਟ ਪੂਰਾ ਕਰ ਦਿੱਤਾ ਸੀ, ਜਿਸ ਦੇ ਕਾਰਨ ਮੇਰੀ ਬਹੁਤ ਚੜ੍ਹਾਈ ਹੋਈ ਸੀ। ਇੱਕ ਅਵਾਰਡ ਫੰਕਸ਼ਨ ਰੱਖਿਆ ਗਿਆ ਸੀ, ਜਿੱਥੇ ਮੈਨੂੰ ਕੰਪਨੀ ਦੇ ਵੱਲੋਂ ਇੱਕ ਅਵਾਰਡ ਦਿੱਤਾ ਗਿਆ ਸੀ। ਮੇਰੇ ਬੌਸ ਨੇ ਕਿਹਾ ਸੀ ਕਿ ਜੋ ਕੰਮ ਅਸੀਂ 5 ਸਾਲਾਂ ਦੇ ਵਿੱਚ ਕੰਪਲੀਟ ਨਹੀਂ ਕਰ ਸਕਦੇ ਸੀ, ਉਹ ਮਿਸ ਪ੍ਰੀਤੀ ਨੇ ਪੂਰੇ 3 ਸਾਲਾਂ ਦੇ ਵਿੱਚ ਕੰਪਲੀਟ ਕਰ ਦਿੱਤਾ ਸੀ। ਸਾਡੀ ਕੰਪਨੀ ਨੂੰ ਮਿਸ ਪ੍ਰੀਤੀ ਵਰਗੀ ਹੋਣਹਾਰ ਮੈਨੇਜਰ ਦੀ ਜ਼ਰੂਰਤ ਹੈ। ਅਤੇ ਫਿਰ ਉਸ ਦਿਨ ਤੋਂ ਬਾਅਦ ਮੈਂ ਕਾਮਯਾਬ ਹੁੰਦੀ ਚਲੀ ਗਈ। ਮੇਰੇ ਕਾਰਨ ਮੇਰੀ ਕੰਪਨੀ ਨੇ ਵੀ ਬਹੁਤ ਨਾਮ ਕਮਾਇਆ ਸੀ। ਸਮਾਂ ਇਸ ਤਰ੍ਹਾਂ ਹੀ ਲੰਘਦਾ ਗਿਆ ਤੇ ਹੌਲੀ-ਹੌਲੀ ਮੈਂ ਸਮੇਂ ਦੇ ਨਾਲ-ਨਾਲ ਆਪਣੇ ਨਾਮ ਤੇ ਪ੍ਰੀਤੀ ਕੰਸਟਰਕਸ਼ਨ ਨਾਮ ਦੀ ਕੰਪਨੀ ਖੋਲ੍ਹ ਲਈ ਅਤੇ ਅੱਜ ਇਸ ਤਰ੍ਹਾਂ ਬਹੁਤ ਸਾਰੀਆਂ ਕੁਰਬਾਨੀਆਂ ਤੇ ਮੁਸ਼ਕਲਾਂ ਝੱਲਣ ਤੋਂ ਬਾਅਦ ਮੈਂ ਅੱਜ ਤੁਹਾਡੇ ਸਾਹਮਣੇ ਬੈਠੀ ਹਾਂ ਅਤੇ ਇੰਟਰਵਿਊ ਦੇ ਰਹੀ ਹਾਂ। ਮੇਰੀ ਸਟੋਰੀ ਸੁਣ ਕੇ ਰਿਪੋਰਟਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਸਨ। ਉਹਨਾਂ ਨੇ ਮੈਨੂੰ ਕਿਹਾ ਕਿ ਹਰ ਇੱਕ ਲੜਕੀ ਨੂੰ ਤੁਹਾਡੀ ਤਰ੍ਹਾਂ ਬਹਾਦਰ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ, ਮਿਸ ਪ੍ਰੀਤੀ, ਕੀ ਤੁਸੀਂ ਮੈਨੂੰ ਉਸ ਕੰਪਨੀ ਦੇ ਬਾਰੇ ਦੱਸ ਸਕਦੇ ਹੋ ਜਿੱਥੋਂ ਤੁਹਾਡੇ ਨਾਲ ਇਹ ਹਾਦਸਾ ਹੋਇਆ ਸੀ? ਕਿਉਂਕਿ ਸੋਚਣ ਵਾਲੀ ਗੱਲ ਹੈ ਕਿ ਤੁਹਾਡੇ ਨਾਲ ਤੇ ਉਹਨਾਂ ਦੋਨਾਂ ਲੜਕਿਆਂ ਦੇ ਨਾਲ ਇੰਨਾ ਵੱਡਾ ਹਾਦਸਾ ਹੋ ਗਿਆ ਸੀ, ਪਰ ਅੱਜ ਤੱਕ ਉਸ ਆਫਿਸ ਦੇ ਕਿਸੇ ਵੀ ਮੈਂਬਰ ਨੂੰ ਇਹ ਗੱਲ ਪਤਾ ਨਹੀਂ ਲੱਗ ਸਕੀ ਕਿ ਉਹ ਦੋਵੇਂ ਲੜਕੇ ਕਿੱਥੇ ਚਲੇ ਗਏ ਹਨ। ਮੈਂ ਉਸ ਨੂੰ ਉਹਨਾਂ ਲੜਕਿਆਂ ਦੇ ਬਾਰੇ ਜ਼ਿਆਦਾ ਕੁਝ ਨਹੀਂ ਦੱਸਿਆ ਅਤੇ ਨਾ ਹੀ ਆਪਣੀ ਕੰਪਨੀ ਦੇ ਬਾਰੇ ਦੱਸਿਆ, ਕਿਉਂਕਿ ਇਸ ਗੱਲ ਨੂੰ ਕਾਫੀ ਸਮਾਂ ਹੋ ਗਿਆ ਹੈ ਅਤੇ ਮੈਂ ਆਪਣੀ ਕੰਪਨੀ ਦੀ ਰੈਪੂਟੇਸ਼ਨ ਖਰਾਬ ਨਹੀਂ ਕਰਨਾ ਚਾਹੁੰਦੀ ਸੀ, ਕਿਉਂਕਿ ਮੀਡੀਆ ਵਾਲੇ ਵੈਸੇ ਵੀ ਛੋਟੀ ਜਿਹੀ ਗੱਲ ਦਾ ਪਹਾੜ ਬਣਾ ਦਿੰਦੇ ਹਨ। ਇਹ ਸੀ ਮੇਰੀ ਕਹਾਣੀ। ਮੈਂ ਲੜਕੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜੋ ਲੜਕੀਆਂ ਬਦਨਾਮੀ ਦੇ ਡਰ ਦੇ ਕਾਰਨ ਘਰ ਦੇ ਵਿੱਚ ਲੁੱਕ ਕੇ ਬੈਠ ਜਾਂਦੀਆਂ ਹਨ, ਆਪਣੀ ਕਾਮਯਾਬੀ ਨੂੰ ਵਿੱਚ ਵਿਚਾਲੇ ਛੱਡ ਦਿੰਦੀਆਂ ਹਨ, ਉਹਨਾਂ ਲੜਕੀਆਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਸਿੱਖੋ। ਜੋ ਤੁਹਾਡੇ ਨਾਲ ਜਿਵੇਂ ਕਰਦਾ ਹੈ ਉਸ ਨੂੰ ਮੂੰਹ ਤੋੜ ਜਵਾਬ ਦੇਣਾ ਸਿੱਖੋ, ਉਸ ਤੋਂ ਬਦਲਾ ਲਓ। ਸਾਡੇ ਸਮਾਜ ਦੇ ਵਿੱਚ ਲੜਕੀਆਂ ਨੂੰ ਇੱਜ਼ਤ ਦੇ ਨਾਮ ਤੇ ਇੰਨਾ ਜ਼ਿਆਦਾ ਮਜਬੂਰ ਕਰ ਦਿੱਤਾ ਜਾਂਦਾ ਹੈ ਕਿ ਉਹ ਵਿਚਾਰੀਆਂ ਬਦਨਾਮੀ ਦੇ ਡਰ ਦੇ ਕਾਰਨ ਘਰੋਂ ਬਾਹਰ ਹੀ ਵੀ ਨਹੀਂ ਨਿਕਲਦੀਆਂ। ਪਰ ਤੁਹਾਨੂੰ ਜ਼ੁਲਮ ਦੇ ਖਿਲਾਫ ਆਵਾਜ਼ ਚੱਕਣੀ ਪਵੇਗੀ। ਡਰ ਦੇ ਨਾਲ, ਰੋਣ ਧੋਣ ਦੇ ਨਾਲ ਕੰਮ ਨਹੀਂ ਚੱਲੇਗਾ, ਬਲਕਿ ਹਰ ਇੱਕ ਪਲ ਦੇ ਲਈ ਆਪਣੇ ਆਪ ਨੂੰ ਤਿਆਰ ਕਰੋ। ਜ਼ੁਲਮ ਦੇ ਖਿਲਾਫ ਆਵਾਜ਼ ਚੱਕੋ। ਤਾਂ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਸੀ। ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।